ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। मेरी वाई ठीक है। ਵਾਹਿਗੁਰੂ ਵਾਹਿਗੁਰੂ ਜੀ करिए ऑन बंद हो गया। ਵਾਹਿਗੁਰੂ वाहिगुरु ਏਕ ਓੰਕਾਰ ਸਤਿਗੁਰੂ वाहिगुरु ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। दोहरा जेत कहते हजूर में सिर पर धर बरकेस। पाहुल ले सिंह नाम धर पहर काश शुभ भेस। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਸੋਹਣੇ ਸੁੰਦਰ ਦੀਵਾਨ ਸਜੇ ਨੇ। ਸ਼ਾਮ ਦੇ ਦੀਵਾਨ ਅੰਦਰ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਸਰਵਣ ਕਰਦੇ ਹਾਂ। ਪਿਛਲੇ ਦੀਵਾਨ ਦੇ ਵਿੱਚ ਬਚਨ ਸਰਵਣ ਕੀਤੇ ਸਨ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਇਕੱਠ ਕਰਕੇ ਸਤਿਗੁਰੂ ਜੀਆਂ ਨੇ ਪੰਜਾਂ ਸਿੱਖਾਂ ਦੇ ਸੀਸ ਪ੍ਰਵਾਨ ਕੀਤੇ। ਪੰਜਾਂ ਨੂੰ ਆਪਣੇ ਕੋਲੋਂ ਅੰਮ੍ਰਿਤ ਦੀ ਦਾਤ ਮਹਾਰਾਜ ਨੇ ਬਖਸ਼ਿਸ਼ ਕਰਕੇ ਸਿੰਘ ਸਜਾਇਆ ਹੈ। ਉਸ ਤੋਂ ਬਾਅਦ ਵਿੱਚ ਪੰਜਾਂ ਸਿੰਘਾਂ ਨੇ ਅੰਮ੍ਰਿਤ ਪ੍ਰਾਪਤ ਕੀਤਾ, ਪੰਜ ਮੁਕਤੇ ਬਣੇ। ਇਸ ਤੋਂ ਬਾਅਦ ਵਿੱਚ ਹੋਰ ਬੇਅੰਤ ਸਿੱਖਾਂ ਨੇ ਅੰਮ੍ਰਿਤ ਛਕਿਆ। ਜਿਹੜੇ ਔਰੰਗਜ਼ੇਬ ਸਰਕਾਰ ਦੇ ਸੂਹੀਏ ਸਨ, CID ਵਾਲੇ, ਉਹਨਾਂ ਨੇ ਆਪਣੀਆਂ ਰਿਪੋਰਟਾਂ ਦੇ ਵਿੱਚ 20,000 ਵਿਅਕਤੀ ਦਾ ਅੰਮ੍ਰਿਤ ਛਕਣਾ ਲਿਖਿਆ ਵੀ ਇਸ ਵਿਸਾਖੀ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਅੰਮ੍ਰਿਤ ਛਕਿਆ ਹੈ, ਗੁਰੂ ਵਾਲੇ ਬਣੇ। ਸਤਿਗੁਰਾਂ ਨੇ ਰਹਿਤ ਦੱਸੀ ਹੈ, ਮਰਿਆਦਾ ਦੱਸੀ ਹੈ, ਨਿਤਨੇਮ ਦੱਸਿਆ। ਇਹ ਆਪਾਂ ਪਿਛਲੇ ਕਈ ਦਿਨਾਂ ਤੋਂ ਇਹ ਰਹਿਤ ਮਰਿਆਦਾ ਦਾ ਇਤਿਹਾਸ ਭਾਈ ਨੰਦ ਲਾਲ ਜੀਆਂ ਦੇ ਬਚਨ, ਤਨਖਾਹਨਾਮੇ, ਰਹਿਤਨਾਮੇ ਆਪਾਂ ਸਰਵਣ ਕਰ ਚੁੱਕੇ ਹਾਂ। ਹੁਣ ਇਸ ਇਤਿਹਾਸ ਨੂੰ ਆਪਾਂ ਅੱਗੇ ਸਰਵਣ ਕਰਾਂਗੇ ਕਿ ਸਤਿਗੁਰਾਂ ਨੇ ਅੱਗੇ ਕਿਹੜੀਆਂ ਬਖਸ਼ਿਸ਼ਾਂ ਕੀਤੀਆਂ। ਆਓ ਆਪਣੇ ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। जेत कहते हजूर में सिर पर धर बरकेस। ਜਿੰਨੇ ਕੁ ਮਹਾਰਾਜ ਦੇ ਕੋਲ ਰਹਿੰਦੇ ਸਨ ਜਾਂ ਅਨੰਦਪੁਰ ਸਾਹਿਬ ਆਉਣ ਵਾਲੇ ਜਾਂ ਬਹੁਤਾ ਸਮਾਂ ਸੰਗਤ ਵਿੱਚ ਰਹਿਣ ਵਾਲੇ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਹੁਕਮ ਹੋਇਆ ਭਾਈ ਸਿਰ 'ਤੇ ਕੇਸ ਰੱਖੋ। ਅੱਜ ਤੋਂ ਬਾਅਦ ਵਿੱਚ ਜਿਹਨੇ ਸਾਡੀ ਹਜ਼ੂਰੀ ਵਿੱਚ ਆਉਣਾ
ਸਾਡੇ ਕੋਲ ਆਉਣਾ ਹੈ ਉਹ ਕੇਸ ਜ਼ਰੂਰ ਰੱਖੇ। ਉਹਨਾਂ ਦੇ ਸਿਰ ਦੇ ਉੱਪਰ ਮਹਾਰਾਜ ਨੇ ਸੋਹਣੇ ਕੇਸ ਰਖਵਾਏ ਹਨ। ਆਹੁਲ ਲੈ ਸਿੰਘ ਨਾਮ ਧਰ ਪਹਿਰ ਕਾਜ ਸੁਭ ਭੇਸ। ਜਿਹੜੇ ਸਾਡੇ ਨਾਲ ਰਹਿਣ ਵਾਲੇ ਨੇ, ਖੰਡੇ ਬਾਟੇ ਦਾ ਅੰਮ੍ਰਿਤ ਛਕੋ। 5 ਕਕਾਰ, ਕੜਾ, ਕਿਰਪਾਨ, ਕਛਹਿਰਾ, ਕੰਘਾ, ਕੇਸ, ਇਹ 5 ਕਕਾਰ ਧਾਰਨ ਕਰੋ। ਇਹ ਸ਼ੁਭ ਬੇਸ ਹੈ, ਸ੍ਰੇਸ਼ਟ ਬੇਸ। ਇੱਕੋ ਲਿਬਾਸ, ਇੱਕੋ ਬਾਣਾ ਪਹਿਨੋ। 5 ਕਕਾਰ ਧਾਰਨ ਕਰਵਾਏ, ਸਿਰ ਤੇ ਕੇਸ ਰਖਵਾ ਕੇ ਮਹਾਰਾਜ ਅੰਮ੍ਰਿਤ ਦੀ ਦਾਤ ਜਿਨ੍ਹਾਂ ਸਿੱਖਾਂ ਨੇ ਹਾਲੇ ਨਹੀਂ ਛਕਿਆ ਉਹਨਾਂ ਨੂੰ ਵੀ ਇਹ ਹੁਕਮ ਹੋਇਆ ਵੀ ਤੁਸੀਂ ਵੀ ਅੰਮ੍ਰਿਤ ਪਾਨ ਕਰਨਾ ਕਰੋ। ਚੌਪਈ ਸ੍ਰੀ ਸਤਿਗੁਰ ਕੀ ਸੰਗਤ ਜਹ ਜਹ। ਸਤਿਗੁਰੂ ਪਾਤਸ਼ਾਹ ਦੀ ਜਿੱਥੇ ਜਿੱਥੇ ਸੰਗਤ ਰਹਿੰਦੀ ਹੈ, ਕੋਈ ਦੂਰ ਰਹਿੰਦਾ, ਕੋਈ ਨੇੜੇ ਰਹਿੰਦਾ, ਕੋਈ ਕਿਸੇ ਦੇਸ਼ ਵਿੱਚ ਹੈ, ਜਿੱਥੇ ਵੀ ਸੰਗਤਾਂ ਰਹਿੰਦੀਆਂ ਹਨ, ਲਿਖੇ ਹੁਕਮਨਾਮੇ ਗੁਰ ਤਹਿ ਤਹਿ। ਸਤਿਗੁਰਾਂ ਨੇ ਹੁਕਮਨਾਮੇ ਭੇਜੇ। ਆਨੰਦਪੁਰ ਸਾਹਿਬ ਦੀ ਧਰਤੀ ਤੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਹੁਕਮਨਾਮੇ ਆਪਣੇ ਵੱਲੋਂ ਹੁਕਮ ਭੇਜੇ। ਜਿੱਥੇ ਜਿੱਥੇ ਸੰਗਤਾਂ, ਕੋਈ ਬੰਗਾਲ ਵਿੱਚ ਰਹਿੰਦਾ, ਕੋਈ ਅਸਾਮ ਵਿੱਚ ਰਹਿੰਦਾ, ਕੋਈ ਮਥੁਰਾ ਵਿੱਚ ਰਹਿੰਦਾ, ਕੋਈ ਅਯੁੱਧਿਆ ਵਿੱਚ ਰਹਿੰਦਾ, ਕੋਈ ਦਿੱਲੀ ਵਿੱਚ ਰਹਿੰਦਾ, ਕੋਈ ਪਟਨੇ ਵਿੱਚ ਰਹਿੰਦਾ, ਕੋਈ ਬਲਖ ਬੁਖਾਰੇ ਰਹਿੰਦਾ ਹੈ। ਜਿੱਥੇ ਜਿੱਥੇ ਸੰਗਤਾਂ ਰਹਿੰਦੀਆਂ, ਕੋਈ ਕਾਬਲ, ਕੋਈ ਕੰਧਾਰ, ਕੋਈ ਕਸ਼ਮੀਰ, ਕੋਈ ਗੁਜਰਾਤ, ਜਿੱਥੇ ਜਿੱਥੇ ਵੀ ਸੰਗਤ ਹੈ, ਸਤਿਗੁਰਾਂ ਨੇ ਹੁਕਮਨਾਮੇ ਭੇਜੇ ਕਿ ਗੁਰੂ ਕੀ ਸੰਗਤ ਜਿੱਥੇ ਵੀ ਹੈ ਸਾਡੇ ਬਚਨਾਂ ਨੂੰ ਸੁਣਨਾ ਕਰੇ। ਇਸ ਧਾਰ ਸਿਰ ਪਰ ਸਿੱਖ ਆਵੇਂ। ਜਿਨਨੇ ਹੁਣ ਸਾਡੇ ਦਰਸ਼ਨ ਕਰਨੇ ਨੇ ਉਹ ਮੋਨਾ ਕੋਨਾ ਸਾਡੇ ਦਰਸ਼ਨ ਕਰਨ ਨਾ ਆਵੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਵਿਸਾਖੀ ਤੋਂ ਬਾਅਦ ਵਿੱਚ ਹੁਕਮ ਹੋਇਆ, ਜਿਹੜੀ ਸੰਗਤ ਹੁਣ ਦਰਸ਼ਨ ਕਰਨ ਆਵੇ ਉਹ ਕੇਸ ਰੱਖ ਕੇ ਆਵੇ। ਕੇਸਾਂ ਨੂੰ ਧਾਰਨ ਕਰਕੇ ਕੇਸਾਂ ਵਾਲੇ ਸਿੱਖ ਬਣ ਕੇ ਆਉਣਾ ਹੈ। ਉਹੇ ਸਿੱਖ ਨਹਿ ਭਦਰ ਕਹਾਵੇਂ। ਸਾਡੇ ਸਿੱਖ ਕੇਸਾਂ ਦੇ ਨਾਲ ਹੋਣ। ਗੁਰਮੁਖੋ ਭਦਰ ਸ਼ਬਦ ਜਿਹੜਾ ਹੈ ਨਾ ਉਹ ਹੈ ਮੁੰਨੇ ਹੋਏ ਦਾ। ਹਿੰਦੂ ਧਰਮ ਦੇ ਵਿੱਚ ਇੱਕ ਰਿਵਾਜ ਹੈ, ਜੇ ਕੋਈ ਮਰ ਜਾਵੇ ਨਾ ਵੱਡਾ ਵਡੇਰਾ ਤੇ ਉਹਦੇ ਵਾਸਤੇ ਮੁੰਡਨ ਕੀਤਾ ਜਾਂਦਾ, ਸਿਰ ਦੇ ਵਾਲ ਮੁੰਨੇ ਜਾਂਦੇ। ਕਈ ਤੇ ਵੈਸੇ ਸ਼ੌਂਕ ਨੂੰ ਵਾਲ ਮੁੰਨਾਈ ਬੈਠੇ, ਕਈ ਇਹੋ ਜਿਹਾ ਬਹਾਨਾ ਲਾ ਦਿੰਦੇ, ਜੀ ਸਾਡਾ ਤੇ ਫਲਾਣਾ ਪੂਰਾ ਹੋ ਗਿਆ ਸੀ ਉਹਦੇ ਕਰਕੇ ਸਾਨੂੰ ਇਹ ਮੁੰਡਨ ਕਰਵਾਉਣਾ ਪਿਆ। ਮਹਾਰਾਜ ਕਹਿਣ ਲੱਗੇ ਨਹੀਂ, ਅੱਜ ਤੋਂ ਬਾਅਦ ਕੋਈ ਬਹਾਨਾ ਨਹੀਂ ਚੱਲੇਗਾ। ਕਿਸੇ ਨੇ ਮੁੰਡਨ ਨਹੀਂ ਕਰਨਾ, ਕਿਸੇ ਨੇ ਆਪਣੇ ਵਾਲ ਨਹੀਂ ਕਟਾਉਣੇ ਹਨ। ਜਗਤ ਝੂਠ ਕੇ ਨੇਰ ਨਾ ਜਾਵੇ। ਇਹ ਜਿਹੜੀ ਜਗਤ ਝੂਠ ਤਮਾਕੂ ਹੈ, ਸਾਡਾ ਸਿੱਖ ਬਿਲਕੁਲ ਬੀੜੀ, ਸਿਗਰਟ, ਤਮਾਕੂ, ਹੁੱਕਾ ਬਿਲਕੁਲ ਇਹਦੇ ਨੇੜੇ ਨਾ ਜਾਵੇ। ਪੀਣਾ ਤੇ ਦੂਰ ਦੀ ਗੱਲ ਹੈ, ਨੇੜੇ ਹੀ ਨਾ ਜਾਵੇ। ਇਹ ਸਾਡੇ ਸਿੱਖ ਨੂੰ ਸਾਡਾ ਹੁਕਮ ਹੈ। ਆਹੁਲ ਖੰਡੇ ਕੀ ਲੈ ਆਵੇਂ। ਜਿਹੜਾ ਹੁਣ ਆਨੰਦਪੁਰ ਸਾਹਿਬ ਆਵੇ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਪਰ ਅੰਮ੍ਰਿਤ ਤਾਂ ਛਕਾਵਾਂਗੇ, ਪਹਿਲਾਂ ਅੱਜ ਤੋਂ ਹੀ ਕੇਸ ਰੱਖਣੇ ਸ਼ੁਰੂ ਕਰ ਦਿਓ। ਜਦੋਂ ਦੁਬਾਰਾ ਸਾਡੇ ਦਰਸ਼ਨ ਕਰਨ ਆਓ ਤੁਹਾਡੇ ਕੇਸ ਸਿਰ ਤੇ ਹੋਣ। ਜੇ ਕੋਈ ਨਸ਼ਾ ਪੱਤਾ ਕਰਦਾ ਤੇ ਉਹ ਵੀ ਛੱਡੇ। ਜਗਤ ਝੂਠ, ਤਮਾਕੂ, ਹੁੱਕਾ, ਬੀੜੀ, ਸਿਗਰਟ ਜੋ ਵੀ ਹੈ ਛੱਡ ਕੇ ਆਓ। ਸਿਰ ਤੇ ਸੋਹਣੀਆਂ ਦਸਤਾਰਾਂ ਬੰਨ੍ਹ ਕੇ ਆਓ। ਤੇ ਜਦੋਂ ਇਸ ਵਾਰੀ ਆਨੰਦਪੁਰ ਸਾਹਿਬ ਆਓ ਫਿਰ ਅੰਮ੍ਰਿਤ ਛਕ ਕੇ ਜਾਓ। ਅਸੀਂ ਅੰਮ੍ਰਿਤ ਛਕਾਵਾਂਗੇ, ਇਹ ਮਹਾਰਾਜ ਦਾ ਫਰਮਾਨ ਹੈ। ਲੈ ਕੇ ਜਹ ਕੈ ਤੂਰਨ ਧਾਏ। ਇਹ ਜਿਹੜੀਆਂ ਚਿੱਠੀਆਂ ਸਨ ਮਹਾਰਾਜ ਦੀਆਂ, ਹੁਕਮਨਾਮੇ ਸਿੱਖਾਂ ਨੂੰ ਫੜਾਏ। ਕਹਿਣ ਲੱਗੇ ਜਾਓ ਭਾਈ, ਲੈ ਕੇ ਜਾਓ ਹੁਕਮਨਾਮੇ, ਸੰਗਤਾਂ ਨੂੰ ਦੇ ਕੇ ਆਓ। ਹੁਕਮਨਾਮੇ ਲੈ ਕੇ ਜਾਣ ਵਾਲੇ ਸਿੱਖ ਦੌੜ ਪਏ, ਜਿੱਥੇ ਕਿੱਥੇ ਜਾ ਕੇ ਦਿਸਦੇ ਹਨ। ਸਭ ਸੰਗਤ ਕੋ ਜਾਏ ਸੁਨਾਏ। ਸਾਰੀ ਸੰਗਤ ਨੂੰ ਜਾ ਕੇ ਸੁਣਾਇਆ, ਦੱਸਿਆ ਕਿ ਮਹਾਰਾਜ ਦਾ ਇਹ ਹੁਕਮ ਆਇਆ ਭਾਈ, ਇਸ ਕਰਕੇ ਆਪ ਸੰਗਤਾਂ ਗੁਰੂ ਵਾਲੇ ਬੰਨਾ ਕਰੋ। ਸੁਣ ਕੇ ਕੇਤਕ ਭੇ ਅਨੁਸਾਰੀ। ਸੁਣ ਕੇ ਜਦੋਂ ਹੁਕਮਨਾਮੇ ਪਹੁੰਚੇ ਨਾ ਇਲਾਕਿਆਂ ਵਿੱਚ, ਵੱਖ-ਵੱਖ ਦੇਸ਼ਾਂ ਵਿੱਚ, ਰਿਆਸਤਾਂ ਵਿੱਚ, ਕਈਆਂ ਸਿੱਖਾਂ ਨੇ ਬਚਨ ਆਖਿਆ ਵੀ ਮਹਾਰਾਜ ਬੜਾ ਚੰਗਾ। ਕਈ ਮੰਨਣ ਵਾਸਤੇ ਤਿਆਰ ਹੋ ਗਏ ਵੀ ਅਸੀਂ ਕੇਸ ਰੱਖਾਂਗੇ, ਅਸੀਂ ਤੰਬਾਕੂ ਛੱਡਾਂਗੇ, ਹੋਰ ਨਸ਼ੇ ਛੱਡਾਂਗੇ, ਅਸੀਂ ਹੁਣ ਸਰਦਾਰ ਬਣਾਂਗੇ, ਸਿੱਖ ਬਣਾਂਗੇ। ਕਈ ਅਨੁਸਾਰੀ ਹੋ ਗਏ ਹਨ। ਕੇਤ ਭਏ ਦੁਖੀ ਉਰ ਭਾਰੀ। ਤੇ ਕੁਝ ਜਿਹੜੇ ਨੇ ਦੁਖੀ ਹੋ ਗਏ, ਕਹਿਣ ਲੱਗੇ ਵੀ ਆ ਮਹਾਰਾਜ ਨੇ ਨਵਾਂ ਹੀ ਇਹ ਕੰਮ ਚਲਾ ਦਿੱਤਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਤੱਕ ਜਿਹੜਾ ਮਰਜ਼ੀ ਆਵੇ, ਮੱਥਾ ਟੇਕੇ, ਲੰਗਰ ਛਕੇ, ਦਰਸ਼ਨ ਕਰੇ ਤੇ ਚਲਾ ਜਾਵੇ।
ਪਹਿਲਾਂ ਤੇ ਰੋਕ ਟੋਕ ਕੋਈ ਨਹੀਂ ਹੈ। ਹੁਣ ਮਹਾਰਾਜ ਨੇ ਕਹਿ ਦਿੱਤਾ ਭਾਈ ਕੇਸ ਰੱਖਣੇ ਹੀ ਪੈਣਗੇ, ਅੰਮ੍ਰਿਤ ਛਕਣਾ ਹੀ ਪਵੇਗਾ, ਗੁਰੂ ਵਾਲੇ ਬਣਨਾ ਹੀ ਪਵੇਗਾ। ਕਈ ਜਿਹੜੇ ਕੱਚੇ ਮਨਾਂ ਵਾਲੇ ਸਨ ਜਾਂ ਜਿਨ੍ਹਾਂ ਦਾ ਮਨ ਹਾਲੇ ਬਣਿਆ ਨਹੀਂ, ਉਹ ਕਹਿਣ ਲੱਗੇ ਵੀ ਆਹ ਮਹਾਰਾਜ ਨੇ ਨਵਾਂ ਹੀ ਫਰਮਾਨ ਸੁਣਾ ਦਿੱਤਾ। ਉਹ ਕੁਝ ਇਹੋ ਜਿਹੇ ਬੰਦੇ ਵੀ ਨੇ ਜਿਹੜੇ ਇਹ ਹੁਕਮ ਸੁਣ ਕੇ ਦੁਖੀ ਵੀ ਹੋਏ ਹਨ। ਸ਼ਸਤਰਨ ਰੀਤ ਨੇਮ ਕਿਉਂ ਤੋਰੈ। ਕਈਆਂ ਨੇ ਆਖਿਆ ਵੀ ਮਹਾਰਾਜ ਨੇ ਆ ਨਵੀਂ ਗੱਲ ਕੀਤੀ ਹੈ ਵੀ ਸ਼ਸਤਰ ਪਾਓ। ਹੁਣ ਮੈਂ ਕਿਰਪਾਨ ਨਹੀਂ ਪਾ ਸਕਦਾ, ਮੈਂ ਤੀਰ ਨਹੀਂ ਰੱਖ ਸਕਦਾ, ਮੈਂ ਕੋਈ ਛੁਰੀ ਕਟਾਰ ਨਹੀਂ ਰੱਖ ਸਕਦਾ। ਮਹਾਰਾਜ ਕਹਿੰਦੇ ਵੀ ਅਸੀਂ ਦਰਸ਼ਨ ਹੀ ਉਹਨੂੰ ਦੇਣੇ ਜਿਹੜਾ ਸ਼ਸਤਰ ਪਾ ਕੇ ਆਵੇ। ਕਈਆਂ ਨੂੰ ਸ਼ਸਤਰ ਪਾਉਣ ਤੋਂ ਅਲਰਜੀ ਹੈ, ਮਾੜਾ ਸਮਝਦੇ, ਨਹੀਂ ਚੰਗਾ ਸਮਝਦੇ। ਉਹਨਾਂ ਦੇ ਮਨ ਨੂੰ ਦੁੱਖ ਹੋਇਆ। ਜਿਹੜੇ ਕੇਸ ਨਹੀਂ ਸਨ ਰੱਖਣਾ ਚਾਹੁੰਦੇ ਉਹ ਵੀ ਦੁਖੀ ਹੋ ਗਿਆ ਵੀ ਮਹਾਰਾਜ ਨੇ ਆ ਇੱਕ ਸ਼ਰਤ ਰੱਖ ਦਿੱਤੀ ਹੈ। ਜਿਹੜਾ ਕੋਈ ਨਸ਼ਾ ਪਤਾ ਕਰਦਾ ਸੀ ਉਹ ਵੀ ਦੁਖੀ ਹੋ ਗਿਆ ਵੀ ਮਹਾਰਾਜ ਹੁਣ ਛਡਾਉਣ ਲੱਗੇ ਨੇ। ਜਿਹੜਾ ਕੋਈ ਸ਼ਸਤਰ ਨਹੀਂ ਸੀ ਰੱਖਦਾ, ਹਥਿਆਰ ਨਹੀਂ ਸੀ ਕੋਲ ਰੱਖਦਾ, ਉਹ ਵੀ ਦੁਖੀ ਹੈ ਵੀ ਇਹ ਮਹਾਰਾਜ ਨੇ ਨਵੀਂ ਰੀਤ ਤੋਰੀ ਹੈ। ਜਾਤ ਪਾਤ ਕੋ ਕਿਮ ਹਮ ਸ਼ੋਰੈ। ਤੇ ਕਈ ਆਖਦੇ ਵੀ ਮਹਾਰਾਜ ਨੇ ਆ ਜਿਹੜਾ ਆਖਿਆ ਵੀ ਜਾਤ ਪਾਤ ਨਹੀਂ ਮੰਨਣੀ, ਵੀ ਸਾਰਿਆਂ ਨੂੰ ਇੱਕੋ ਹੀ ਬਣਾ ਦਿੱਤਾ, ਖਾਲਸਾ ਹੀ ਬਣਾ ਦਿੱਤਾ, ਇਹ ਮਹਾਰਾਜ ਨੇ ਠੀਕ ਨਹੀਂ ਕੀਤਾ। ਨੀਵੀਂ ਜਾਤ ਨੀਵੀਂ ਹੈ, ਉੱਚੀ ਉੱਚੀ ਹੈ, ਵੱਡੀ ਜਾਤ ਵੱਡੀ ਹੈ। ਇਹ ਜਾਤਾਂ ਪਾਤਾਂ ਦੀ ਵੰਡ ਠੀਕ ਸੀ, ਮਹਾਰਾਜ ਨੇ ਕਿਉਂ ਮਟਾਈ ਹੈ? ਕਿਉਂ ਸਾਰਿਆਂ ਨੂੰ ਖਾਲਸਾ ਕਿਹਾ? ਕਈ ਇਸ ਗੱਲੋਂ ਵੀ ਦੁਖੀ ਹੋ ਗਏ। ਜਿਹੜੇ ਵੱਡੇ ਸਰਦਾਰ ਸਨ, ਵੱਡੇ ਘਰਾਣੇ, ਉੱਚੀਆਂ ਕੁੱਲਾਂ ਵਾਲੇ, ਉਹਨਾਂ ਨੂੰ ਦੁੱਖ ਲੱਗਿਆ। ਕਹਿਣ ਲੱਗੇ ਵੀ ਇਹ ਮਹਾਰਾਜ ਨੇ ਇਹ ਗਰੀਬੜੇ ਲੋਕ, ਨੀਵੀਆਂ ਜਾਤਾਂ ਵਾਲੇ ਸਾਡੇ ਬਰਾਬਰ ਕਰ ਦਿੱਤੇ। ਕਈ ਇਸ ਗੱਲ ਤੋਂ ਦੁਖੀ ਹਨ। ਜਨ ਜਨ ਮਾਨਿਓ ਸੇ ਚਲਿਆ। ਪਰ ਗੁਰਮੁਖੋ ਕੁਝ ਮੰਨਣ ਵਾਲੇ ਵੀ ਨੇ, ਵਿਰੋਧ ਕਰਨ ਵਾਲੇ ਵੀ ਨੇ। ਵਿਰੋਧ ਉਹ ਕਰਦੇ ਪਏ ਜਿਨ੍ਹਾਂ ਨੂੰ ਸ਼ਸਤਰ ਪਾਉਣਾ ਚੰਗਾ ਨਹੀਂ ਲੱਗਦਾ, ਜਿਨ੍ਹਾਂ ਦੀ ਆਪਣੀ ਜਾਤ ਉੱਚੀ ਹੈ, ਉਹ ਦੂਜੇ ਨੂੰ ਆਪਣੇ ਬਰਾਬਰ ਨਹੀਂ ਵੇਖ ਸਕਦੇ। ਜਿਨ੍ਹਾਂ ਨੇ ਕੇਸ ਨਹੀਂ ਰੱਖੇ ਉਹਨਾਂ ਨੂੰ ਵੀ ਔਖਾ ਲੱਗਦਾ ਵੀ ਕਿਉਂ ਰੱਖੀਏ। ਜਿਨ੍ਹਾਂ ਨੇ ਸ਼ਸਤਰ ਨਹੀਂ ਪਾਏ ਉਹਨਾਂ ਨੂੰ ਵੀ ਔਖਾ। ਪਰ ਕੁਝ ਐਸੇ ਨੇ ਜਿਨ੍ਹਾਂ ਨੇ ਆਖਿਆ ਵੀ ਮਹਾਰਾਜ ਨੇ ਜੋ ਕੀਤਾ ਬੜਾ ਚੰਗਾ ਕੀਤਾ, ਅਸੀਂ ਸ਼ਸਤਰ ਵੀ ਪਾਵਾਂਗੇ, ਕੇਸ ਵੀ ਰੱਖਾਂਗੇ, ਜਾਤ ਪਾਤ ਦਾ ਕੋਡ ਵੀ ਛੱਡਾਂਗੇ, ਗੁਰੂ ਵਾਲੇ ਬਣਾਂਗੇ। ਜਿਹੜੇ ਬਚਨ ਮੰਨਣ ਵਾਲੇ ਸਨ ਉਹ ਚੱਲ ਪਏ ਆਪੋ ਆਪਣੇ ਪਿੰਡਾਂ ਤੋਂ, ਸ਼ਹਿਰਾਂ ਤੋਂ, ਕਿ ਚਲੋ ਮਹਾਰਾਜ ਦੇ ਕੋਲ ਚੱਲੀਏ, ਜਾ ਕੇ ਗੁਰੂ ਦਾ ਅੰਮ੍ਰਿਤ ਛਕਣਾ ਕਰੀਏ। ਗੁਰ ਕੇ ਚਰਨ ਕਮਲ ਸਿਰ ਨਿਆਏ। ਤੇ ਉਹਨਾਂ ਨੇ ਆ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ। ਦੂਰੋਂ ਨੇੜਿਓਂ ਚੱਲ ਕੇ ਪਹੁੰਚੇ, ਨਮਸਕਾਰਾਂ ਕਰਦੇ ਹਨ। ਬੈਠੇ ਹੋਤੇ ਪ੍ਰਭੂ ਕੇ ਦਰਸ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਦਰਸ਼ਨ ਕਰਦੇ ਹਨ। ਨਿਤ ਸਿੰਘ ਧਰ ਸ਼ਸਤਰਨ ਹਰਸ਼। ਤੇ ਇਸ ਤਰ੍ਹਾਂ ਨਵੇਂ ਨਵੇਂ ਸ਼ਸਤਰ ਪਾਏ। ਸ਼ਸਤਰ ਪਾ ਕੇ ਬੜੇ ਖੁਸ਼। ਜਿਨ੍ਹਾਂ ਨੇ ਕਦੇ ਨਹੀਂ ਸਨ ਪਾਏ, ਉਹਨਾਂ ਨੇ ਜਦੋਂ ਸ਼ਸਤਰ ਸਜਾਏ ਉਹ ਸੋਹਣੇ ਲੱਗਣ ਲੱਗ ਪਏ। ਉਹਨਾਂ ਦੇ ਮਨ ਵਿੱਚ ਬੜੀ ਖੁਸ਼ੀ ਹੈ। ਇੱਕ ਸਿੱਖ ਹਾਥ ਜੋੜ ਤਿਸ ਘਰੀ। ਕਹਿਣ ਲੱਗੇ ਗੁਰਮੁਖੋ ਵੀ ਉਸ ਵੇਲੇ ਨਾ ਇੱਕ ਸਿੱਖ ਮਹਾਰਾਜ ਦੇ ਕੋਲ ਆ ਗਿਆ। ਇੱਕ ਸਿੱਖ ਆ ਗਿਆ, ਹੱਥ ਜੋੜ ਕੇ ਮਹਾਰਾਜ ਦੇ ਕੋਲ ਪਹੁੰਚਾ ਹੈ। ਅਗਰ ਪ੍ਰਭੂ ਕੇ ਬੇਨਤੀ ਕਰੀ। ਮਹਾਰਾਜ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ। ਇੱਕ ਸਿੱਖ ਨੇ ਆ ਕੇ ਨਾ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ, ਹੁਣ ਸਿੱਖ ਆਉਣ ਲੱਗ ਪਏ ਨੇ ਅੰਮ੍ਰਿਤ ਛਕਣ ਵਾਸਤੇ, ਕੇਸ ਰੱਖਣ ਵਾਸਤੇ, ਸ਼ਸਤਰ ਸਜਾਉਣ ਵਾਲੇ। ਇੱਕ ਸਿੱਖ ਆਇਆ, ਕਹਿਣ ਲੱਗਾ ਜੀ ਮੇਰੀ ਵੀ ਇੱਕ ਬੇਨਤੀ ਹੈ। ਸਤਿਗੁਰੂ ਕਹਿਣ ਲੱਗੇ ਦੱਸੋ। ਕਹਿਣ ਲੱਗਾ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਹੈ। ਸਾਚੇ ਪਾਤਸ਼ਾਹ ਤੁਮ ਪਾਸ। ਸਤਿਗੁਰੂ ਪਾਤਸ਼ਾਹ ਜੀ ਮੈਂ ਤੁਹਾਡੇ ਕੋਲ, ਤੁਹਾਡੇ ਅੱਗੇ ਸੁਣੀਐ ਕਰੋ ਇੱਕ ਅਰਦਾਸ। ਮੈਂ ਇੱਕ ਅਰਦਾਸ ਕਰਨੀ ਚਾਹੁੰਦਾ। ਇੱਕ ਸਿੱਖ ਆਇਆ, ਨਵਾਂ ਸਵਾਲ ਕਰਨਾ ਚਾਹੁੰਦਾ, ਬੇਨਤੀ ਕਰਨੀ ਚਾਹੁੰਦਾ। ਮਹਾਰਾਜ ਮੈਂ ਬੜਾ ਦੂਰੋਂ ਚੱਲ ਕੇ ਆਇਆ, ਮੇਰੀ ਇੱਕ ਅਰਦਾਸ ਹੈ, ਆਪ ਜੀ ਕਿਰਪਾ ਕਰਕੇ ਸੁਣਨਾ ਕਰੋ। ਇੱਕ ਮਸੰਦ ਗਇਓ ਘਰ ਮੇਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਖਿਆ ਵੀ ਠੀਕ ਹੈ, ਦੱਸ ਭਾਈ ਤੇਰੀ ਕੀ ਫਰਿਆਦ ਹੈ। ਤੇ ਸਿੱਖ ਦੱਸਣ ਲੱਗਾ, ਕਹਿਣ ਲੱਗਾ ਜੀ ਤੁਹਾਡਾ ਇੱਕ ਭੇਜਿਆ ਹੋਇਆ ਮਸੰਦ ਜਿਹੜੇ ਪਿੰਡ ਮੈਂ ਰਹਿੰਦਾ, ਮੇਰੇ ਪਿੰਡ ਮੇਰੇ ਘਰ ਗਿਆ। ਤੁਹਾਡਾ ਇੱਕ ਭੇਜਿਆ ਹੋਇਆ ਮਸੰਦ ਮੇਰੇ ਘਰ ਗਿਆ ਹੈ। ਫੇਰ ਤਾਂ ਉਠਿਓ ਅਧੀਨ ਕਨੇਰੇ। ਜਦੋਂ ਮੈਂ ਵੇਖਿਆ ਵੀ ਇਹ ਤੇ ਮਸੰਦ ਆਇਆ ਗੁਰੂ ਘਰ ਦਾ, ਤੇ ਮੈਂ ਹੱਥ ਜੋੜ ਕੇ ਖੜਾ ਹੋ ਗਿਆ ਵੀ ਮਹਾਰਾਜ ਦਾ ਭੇਜਿਆ ਸਿੱਖ ਆਇਆ, ਮੈਂ ਉਹਨੂੰ ਸਤਿਕਾਰ ਦੇਣ ਵਾਸਤੇ, ਮਾਣ ਦੇਣ ਵਾਸਤੇ ਉੱਠ ਕੇ ਖੜਾ ਹੋ ਗਿਆ। ਹਾਂ, ਕਰ ਬੰਧਨ ਸਾਦਰ ਬੈਠਾਇਓ। ਮੈਂ ਉਸ ਨੂੰ ਮੱਥਾ ਵੀ ਟੇਕਿਆ, ਗੁਰੂ ਦਾ ਰੂਪ ਜਾਣ ਕੇ ਗੁਰੂ ਕੇ ਸਿੱਖ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ। ਤੇ ਬੜਾ ਸੋਹਣਾ ਪਲੰਘਾ ਵਿਛਾ ਕੇ ਉਸ ਪਲੰਘ ਦੇ ਉੱਪਰ ਉਸ ਨੂੰ ਬਿਠਾਇਆ ਹੈ। ਜਤਾ ਸ਼ਕਤ ਮੈਂ ਆਸਨ ਕਰਾਇਓ। ਮੇਰੇ ਵਿੱਚ ਜਿੰਨਾ ਹੁਣ ਬੰਦਾ ਆਪਣੀ ਹੈਸੀਅਤ ਮੁਤਾਬਕ ਹੀ ਸੇਵਾ ਕਰਦਾ ਹੈ ਨਾ, ਜਿੰਨਾ ਕਿਸੇ ਕੋਲ ਧਨ ਹੋਵੇਗਾ, ਜਿਹੋ ਜਿਹਾ ਮੇਰੇ ਕੋਲ ਮੰਜਾ ਸੀ ਮੈਂ ਵਿਛਾਇਆ, ਜਿਹੋ ਜਿਹਾ ਬਿਸਤਰਾ ਸੀ ਉਹ ਦਿੱਤਾ।
ਜਿੰਨੀ ਮੈਂ ਪ੍ਰਸ਼ਾਦੇ ਪਾਣੀ ਦੀ ਸੇਵਾ ਕਰ ਸਕਦਾ ਸਾਂ ਉਹ ਵੀ ਕੀਤੀ ਹੈ। ਹੋਰ ਵੀ ਜਿਹੜੀ ਮੈਂ ਕੋਈ ਸੇਵਾ ਕਰ ਸਕਦਾ ਮੈਂ ਕਰ ਦਿੱਤੀ ਹੈ। ਹਾਥ ਜੋੜ ਮੈਂ ਕਹਿਓ ਸ਼ਕੀਜੈ। ਕਿ ਜਦੋਂ ਮੈਂ ਉਹ ਸਾਰਾ ਕੁਝ ਰੱਖਿਆ ਨਾ ਅੱਗੇ ਪ੍ਰਸ਼ਾਦਾ ਪਾਣੀ ਤੇ ਵਸਤੂਆਂ, ਤੇ ਫਿਰ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਵੀ ਗੁਰੂ ਕਿਆ ਸਿੱਖਾ, ਤੂੰ ਬੜੀ ਦੂਰੋਂ ਚੱਲ ਕੇ ਆਇਆ, ਮੇਰੇ ਘਰ ਆਇਆ, ਤੇ ਆ ਜੋ ਸੁੱਕਾ ਮਿੱਸਾ ਮੇਰੇ ਤੋਂ ਬਣਿਆ ਸਰਿਆ ਮੈਂ ਤਿਆਰ ਕੀਤਾ, ਆਪ ਜੀ ਛਕੋ। ਮੈਂ ਫਿਰ ਬੇਨਤੀ ਕੀਤੀ ਹੈ ਖੁਸ਼ੀ ਗੁਰੂ ਦਿਸਤੇ ਕਰ ਦੀਜੈ। ਤੇ ਇਹ ਛਕੋ ਪ੍ਰਸ਼ਾਦਾ ਪਾਣੀ, ਤੇ ਮੈਨੂੰ ਗੁਰੂ ਵੱਲੋਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਕਿਉਂਕਿ ਗੁਰੂ ਨੇ ਆਖਿਆ ਨਾ ਵੀ ਸਿੱਖ ਮੇਰਾ ਰੂਪ ਹੈ, ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂਗਾ। ਤੇ ਤੁਸੀਂ ਗੁਰੂ ਦੇ ਵੱਲੋਂ ਮੇਰੀ ਅਰਦਾਸ ਕਰੋ ਮੇਰੀ ਚੜ੍ਹਦੀ ਕਲਾ ਦੀ, ਤੇ ਤੁਹਾਡੀ ਅਰਦਾਸ ਜਿਹੜੀ ਹੈ ਉਹ ਗੁਰੂ ਵੱਲੋਂ ਹੋਵੇਗੀ, ਤੇ ਮੇਰੇ ਉੱਪਰ ਗੁਰੂ ਦੀ ਖੁਸ਼ੀ ਹੋਵੇਗੀ। ਇਹ ਪ੍ਰਸ਼ਾਦਾ ਮੇਰੇ ਘਰ ਦਾ ਸੁੱਕਾ ਮਿੱਸਾ ਛਕੋ, ਮੇਰੇ ਉੱਪਰ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਨੇ ਉਹ ਬਖਸ਼ਿਸ਼ ਕਰਨਾ ਕਰੋ। ਸੁਨਤ ਮਸੰਦ ਕੋਪ ਕਰ ਭਾਖਿਓ। ਉਹ ਜਿਹੜਾ ਮਸੰਦ ਸੀ ਨਾ, ਉਹ ਪ੍ਰਸ਼ਾਦਾ ਪਾਣੀ ਗੁਰਮੁਖੋ ਵਿਚਾਰੇ ਗਰੀਬੜੇ ਸਿੱਖ ਦਾ ਥੋੜਾ ਜਿਹਾ ਦਾਲ ਰੋਟੀ ਸੀ, ਤੇ ਉਹਨੂੰ ਗੁੱਸਾ ਆ ਗਿਆ ਵੇਖ ਕੇ ਵੀ ਮੈਂ ਤੇ ਇੰਨੀ ਦੂਰੋਂ ਚੱਲ ਕੇ ਆਇਆ, ਐਡਾ ਵੱਡਾ ਮਸੰਦ, ਇੰਨੇ ਮੇਰੇ ਸੇਵਾਦਾਰ ਅੱਗੇ ਪਿੱਛੇ ਦੌੜਨ ਵਾਲੇ। ਇਹ ਸਿੱਖ ਨੇ ਮੈਨੂੰ ਕੱਲਾ ਦਾਲ ਪ੍ਰਸ਼ਾਦਾ ਹੀ ਦਿੱਤਾ, ਵੀ ਚੰਗੀ ਰੋਟੀ ਨਹੀਂ ਬਣਾਈ। ਮੇਰੇ ਵਾਸਤੇ ਕਈ ਸਬਜ਼ੀਆਂ ਬਣਦੀਆਂ, ਕਈ ਤਰ੍ਹਾਂ ਦੇ ਪ੍ਰਸ਼ਾਦੇ ਬਣਦੇ, ਕੋਈ ਨਾਲ ਹੋਰ ਗੰਢਾ ਪਿਆਜ਼ ਵੀ ਰੱਖਦਾ ਭੰਨ ਕੇ, ਤੇ ਮੇਰੀ ਸੇਵਾ ਕਰਦਾ ਚੰਗੀ ਤਰ੍ਹਾਂ। ਇਹਨੇ ਕੱਲਾ ਦਾਲ ਪ੍ਰਸ਼ਾਦਾ ਹੀ ਰੱਖਿਆ, ਤੇ ਉਹ ਵੇਖ ਕੇ ਮਸੰਦ ਨੂੰ ਬੜਾ ਗੁੱਸਾ ਆਇਆ ਹੈ। ਉਹ ਗੁਰ ਮਾਰੇ ਕਿਆ ਕਰ ਰਾਖਿਓ। ਤੇ ਉਸਨੇ ਕਹਿ ਹੀ ਦਿੱਤਾ, ਕਹਿਣ ਲੱਗਾ ਗੁਰੂ ਮਾਰਿਆ, ਆ ਮੇਰੇ ਅੱਗੇ ਕੀ ਰੱਖਿਆ। ਬੜੀ ਵੱਡੀ ਇੱਕ ਬਦਸੀਸ ਹੈ ਕਿਸੇ ਨੂੰ ਕਹਿ ਦੇਣਾ ਗੁਰੂ ਮਾਰਿਆ, ਵੀ ਗੁਰੂ ਵੱਲੋਂ ਮਰਿਆ ਹੋਇਆ। ਨਾਲੇ ਤੇ ਉਹ ਗਰੀਬ ਵਿਚਾਰਾ ਜਿੰਨੇ ਕੋਈ ਜੋਗਾ ਸੀ ਉਹਨੇ ਪ੍ਰਸ਼ਾਦਾ ਬਣਾਇਆ, ਗੁਰੂ ਦਾ ਸਿੱਖ ਜਾਣ ਕੇ ਸੇਵਾ ਕਰਨ ਲੱਗਾ। ਉਹ ਤੇ ਹੱਥ ਜੋੜ ਕੇ ਖਲੋਤਾ ਵੀ ਸੇਵਾ ਮਿਲੀ ਹੈ, ਤੇ ਜਿਹਦੀ ਸੇਵਾ ਕਰਨੀ ਹੈ ਉਹਨੂੰ ਪ੍ਰਸ਼ਾਦਾ ਚੰਗਾ ਨਹੀਂ ਲੱਗਾ, ਵੀ ਇਹ ਬਹੁਤਾ ਵਧੀਆ ਨਹੀਂ ਬਣਿਆ ਮੇਰੇ ਵਾਸਤੇ। ਤੇ ਉਹਨੇ ਫਿਰ ਅੱਗੋਂ ਮਾੜਾ ਹੀ ਬਚਨ ਬੋਲਿਆ, ਕਹਿਣ ਲੱਗਾ ਗੁਰੂ ਮਾਰਿਆ, ਤੈਨੂੰ ਭੈ ਨਹੀਂ ਆਇਆ ਗੁਰੂ ਦਾ, ਆ ਮੈਨੂੰ ਕੀ ਖਾਣ ਵਾਸਤੇ ਦਿੰਦਾ ਪਿਆ। ਇਸ ਤਰ੍ਹਾਂ ਦੇ ਬਚਨ ਆਖੇ ਹਨ। ਦਾਲ ਰੋਟ ਕਾ ਚਾਹੇ ਸ਼ਕਾਵਨ। ਤੂੰ ਮੈਨੂੰ ਦਾਲ ਖਵਾਉਣੀ ਚਾਹੁੰਦਾ, ਇਹ ਦਾਲ ਮੈਂ ਨਹੀਂ ਖਾਵਾਂਗਾ, ਇਹਦੇ ਨਾਲ ਗੋਡੇ ਮੋਢੇ ਬੜੇ ਪੀੜ ਹੁੰਦੇ, ਤੇ ਆ ਜਿਹੜੀਆਂ ਰੋਟੀਆਂ ਲੈ ਕੇ ਆਏ ਵੀ ਮੈਂ ਨਹੀਂ ਖਾਵਾਂਗਾ। ਇਹ ਮੈਂ ਦਾਲ ਰੋਟੀ ਖਾਣ ਵਾਸਤੇ ਥੋੜੀ ਤੇਰੇ ਘਰੇ ਆਇਆ, ਮੈਂ ਦਾਲ ਰੋਟੀ ਨਹੀਂ ਖਾਣੀ ਹੈ। ਸੋ ਮੈਂ ਕਰਾਂ ਨਹੀਂ ਕਿਮ ਖਾਵਨ। ਇਹ ਮੈਂ ਨਹੀਂ ਖਾਵਾਂਗਾ, ਮੈਂ ਤੇ ਕਦੇ ਘਰ ਵੀ ਨਹੀਂ ਇਹੋ ਜਿਹਾ ਪ੍ਰਸ਼ਾਦਾ ਛਕਿਆ ਜਿਹੋ ਜਿਹਾ ਤੂੰ ਲੈ ਆਂਦਾ। ਨਾ ਮੈਂ ਦਾਲ ਖਾਵਾਂ ਨਾ ਮੈਂ ਪ੍ਰਸ਼ਾਦਾ ਛਕਾਂ, ਮੈਨੂੰ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹਨ। ਔਰ ਪ੍ਰਸਾਦ ਜੇ ਕਰੈ ਕਰਾਏ। ਜੇ ਤੂੰ ਗੁਰੂ ਦੀ ਖੁਸ਼ੀ ਲੈਣੀ ਚਾਹੁੰਦਾ ਹੈ ਤੇ ਮੇਰੇ ਵਾਸਤੇ ਕੜਾਹ ਪ੍ਰਸ਼ਾਦ ਬਣਾ ਕੇ ਲਿਆ, ਦੇਸੀ ਘਿਓ ਦਾ ਇੰਤਜ਼ਾਮ ਕਰ। ਦੇਸੀ ਘਿਓ ਦੇ ਵਿੱਚ ਵਧੀਆ ਪ੍ਰਸ਼ਾਦ ਬਣਾ ਕੇ, ਜਿਹਦੇ ਵਿੱਚ ਉਹ ਘਿਓ ਦੀ ਆਵੇ ਮਹਿਕ, ਤੇ ਵੱਡੀ ਥਾਲੀ ਭਰ ਕੇ ਮੇਰੇ ਅੱਗੇ ਰੱਖ, ਤੇ ਉਹ ਮੈਂ ਖਾਵਾਂਗਾ। ਸੁੱਕੀਆਂ ਰੋਟੀਆਂ ਨਹੀਂ ਮੇਰੇ ਤੋਂ ਖਾਧੀਆਂ ਜਾਂਦੀਆਂ, ਨਾ ਇਹ ਦਾਲ ਖਾਧੀ ਜਾਂਦੀ ਹੈ। ਮੇਰੇ ਵਾਸਤੇ ਤੇ ਕੜਾਹ ਪ੍ਰਸ਼ਾਦ ਬਣਾ ਕੇ ਲਿਆਉਣਾ ਕਰ। ਤੋ ਪ੍ਰਸੰਨ ਹੋਵੇ ਕਹਿ ਲਿਓ ਖਾਏ। ਤੇ ਮੈਂ ਫਿਰ ਖੁਸ਼ ਹੋਵਾਂਗਾ ਜੇ ਤੂੰ ਮੇਰੇ ਵਾਸਤੇ ਕੜਾਹ ਪ੍ਰਸ਼ਾਦ ਬਣਾਵੇਂਗਾ ਨਾ, ਤੇ ਮੈਂ ਖੁਸ਼ ਹੋ ਕੇ ਖਾਵਾਂਗਾ। ਫਿਰ ਤੇਰੇ ਨਾਂ ਦੀ ਅਰਦਾਸ ਵੀ ਕਰਾਂਗਾ, ਤੇ ਮੈਂ ਕਹਾਂਗਾ ਪ੍ਰਭ ਜੀ ਇਹ ਹੈ ਮਨੋਰਥ ਮੇਰਾ, ਵੀ ਮੇਰਾ ਮਨੋਰਥ ਆ ਕੜਾਹ ਛਕਣਾ ਹੀ ਹੈ, ਅਰਦਾਸ ਕਰਾਂਗਾ। ਪਰ ਜੇ ਤੂੰ ਸੁੱਕਾ ਪ੍ਰਸ਼ਾਦਾ ਦਾਲ ਰੋਟੀ ਦੇਵੇਂਗਾ, ਤੇ ਮੈਂ ਫਿਰ ਆਖਾਂਗਾ ਵੀ ਔਖੀ ਘੜੀ ਨਾ ਦੇਖਣ ਦੇਵੀਂ। ਇਹ ਔਖਾ ਘੜੀ ਵਾਲਾ ਸਮਾਂ ਮੇਰੇ ਤੋਂ ਨਹੀਂ ਵੇਖਿਆ ਜਾਂਦਾ। ਮੈਂ ਦਾਲ ਪ੍ਰਸ਼ਾਦਾ ਨਹੀਂ ਉਹ ਛਕ ਸਕਦਾ, ਮੈਂ ਤੇ ਦੇਸੀ ਘਿਓ ਦਾ ਪ੍ਰਸ਼ਾਦ ਛਕਦਾ। ਜੇ ਮੇਰੀਆਂ ਖੁਸ਼ੀਆਂ ਲੈਣਾ ਚਾਹੁੰਦਾ ਹੈ ਤੇ ਮੇਰੇ ਵਾਸਤੇ ਬਣਾ ਕੇ ਲਿਆਉਣਾ ਕਰ। ਸੁਨ ਮਸੰਦ ਬਾਣੀ ਰਿਸ ਭਰੀ। ਕਹਿਣ ਲੱਗਾ ਵੀ ਜਦੋਂ ਉਹ ਮਸੰਦ ਨੇ ਪ੍ਰੇਮ ਨਾਲ ਨਹੀਂ ਆਖਿਆ, ਬੜੇ ਗੁੱਸੇ ਨਾਲ, ਜਿਵੇਂ ਆਪਾਂ ਕਿਸੇ ਤੇ ਰੋਹ ਪਾਈਦਾ ਨਾ, ਹੁਕਮ ਦੇਈਦਾ ਵੀ ਨਹੀਂ ਤੈਨੂੰ ਆਹ ਕੰਮ ਕਰਨਾ ਹੀ ਪਵੇਗਾ। ਮਹਾਰਾਜ ਤੁਹਾਡੇ ਮਸੰਦ ਨੇ ਬੜੇ ਰੋਹ ਦੇ ਨਾਲ, ਬੜੇ ਗੁੱਸੇ ਦੇ ਨਾਲ ਮੈਨੂੰ ਝਿੜਕਿਆ, ਤੇ ਝਿੜਕ ਕੇ ਮੈਨੂੰ ਆਖਿਆ ਵੀ ਦਾਲ ਰੋਟੀ ਨਹੀਂ ਖਾਣੀ, ਮੇਰੇ ਵਾਸਤੇ ਪ੍ਰਸ਼ਾਦ ਬਣਾਉਣਾ ਕਰ। ਸਿੱਖਣੀ ਸਹਿਤ ਬਿਨੈ ਮੈਂ ਕਰੀ। ਮੈਂ ਆਪਣੀ ਘਰ ਵਾਲੀ, ਅਸੀਂ ਦੋਨਾਂ ਜਾਣਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਵੀ ਮਸੰਦ ਜੀ ਅਸੀਂ ਗਰੀਬ ਬੰਦੇ ਆ, ਅਸੀਂ ਘਿਓ ਕਿੱਥੋਂ ਲੈ ਕੇ ਆਈਏ, ਪ੍ਰਸ਼ਾਦ ਕਿਵੇਂ ਬਣਾਈਏ, ਸਾਡੇ ਵੱਸ ਦੀ ਗੱਲ ਨਹੀਂ। ਅਸੀਂ ਤੇ ਮਿਹਨਤ ਮਜ਼ਦੂਰੀ ਵਾਲੇ ਲੋਕ ਆ, ਕਦੇ ਪ੍ਰਸ਼ਾਦਾ ਛਕੀਦਾ, ਕਦੇ ਇੱਕ ਡੰਗ ਨਹੀਂ ਵੀ ਛਕੀਦਾ। ਮੈਂ ਵੀ ਤਰਲਾ ਕੀਤਾ, ਮੇਰੀ ਘਰ ਵਾਲੀ ਨੇ ਵੀ ਤਰਲਾ ਕੀਤਾ, ਮਿਹਨਤ ਕੀਤੀ ਹੈ। ਗਰੀਬ ਘਰ ਦੇਖਣ ਕੀ ਜੈ। ਅਸੀਂ ਆਖਿਆ ਵੀ ਮਹਾਰਾਜ
ਠੀਕ ਹੈ, ਤੁਸੀਂ ਕੜਾਹ ਪ੍ਰਸ਼ਾਦ ਖਾਂਦੇ ਹੋਵੋਗੇ, ਕਈ ਤਰ੍ਹਾਂ ਦੇ ਫਲ ਵੀ ਖਾਂਦੇ ਹੋਵੋਗੇ, ਕਈ ਤਰ੍ਹਾਂ ਦੇ ਮਹਿੰਗੇ ਤੇ ਅਮੀਰ ਭੋਜਨ ਵੀ ਖਾਂਦੇ ਹੋਵੋਗੇ, ਪਰ ਕਿਰਪਾ ਕਰਕੇ ਸਾਡਾ ਭੋਜਨ ਵੇਖੋ ਤੇ ਸਾਡਾ ਘਰ ਵੇਖੋ। ਟੁੱਟਾ ਸਾਡੇ ਕੋਲ ਇੱਕ ਕੋਠਾ ਹੈ, ਮੀਂਹ ਮਗਰੋਂ ਆਉਂਦਾ ਪਹਿਲਾਂ ਚੋਣ ਲੱਗ ਪੈਂਦਾ, ਨਾ ਸਾਡਾ ਕੋਈ ਕੰਧ ਹੈ ਨਾ ਕੋਈ ਕੌਲਾ। ਅਸੀਂ ਤੇ ਗਰੀਬ ਬੰਦੇ ਆ, ਕਦੇ ਕਿਤਾਈ ਪ੍ਰਸ਼ਾਦਾ ਛਕੀਦਾ, ਕਦੇ ਭੁੱਖੇ ਸੌਈਦਾ। ਤੂੰ ਸਾਨੂੰ ਹੁਕਮ ਦਿੰਦਾ ਪਿਆ ਵੀ ਮੇਰੇ ਵਾਸਤੇ ਪ੍ਰਸ਼ਾਦ ਬਣਾਓ, ਪਰ ਹੁਕਮ ਦੇਣ ਤੋਂ ਪਹਿਲਾਂ ਵੇਖ ਤੇ ਸਹੀ ਨਾ ਵੀ ਸਾਡੀ ਹਾਲਤ ਕੀ ਹੈ, ਵੀ ਅਸੀਂ ਪ੍ਰਸ਼ਾਦ ਬਣਾਉਣ ਜੋਗੇ ਹੈਗੇ ਆ। ਜੇ ਅਸੀਂ ਪ੍ਰਸ਼ਾਦ ਬਣਾਉਣ ਜੋਗੇ ਹੁੰਦੇ ਤੇ ਅਸੀਂ ਪਹਿਲਾਂ ਹੀ ਨਾ ਪ੍ਰਸ਼ਾਦ ਬਣਾ ਕੇ ਰੱਖ ਦਿੰਦੇ, ਨਹੀਂ ਸੀ ਤੇ ਤਾਂ ਹੀ ਨਹੀਂ ਨਾ ਰੱਖਿਆ। ਮੈਂ ਤੇ ਮੇਰੀ ਘਰਵਾਲੀ ਨੇ ਮਿਹਨਤ ਕੀਤੀ ਵੀ ਤੁਸੀਂ ਸਾਡੇ ਘਰ ਵੱਲ ਵੇਖੋ, ਸਾਡੀ ਗਰੀਬੀ ਵੇਖੋ, ਤੇ ਜਿਹੋ ਜਿਹਾ ਮਿਲਿਆ ਉਹੋ ਜਿਹਾ ਛਕਣਾ ਕਰੋ। ਜੋ ਨਿਕਸੈਲੇ ਖਾਵਨ ਕੀਜੈ, ਜੋ ਅਸੀਂ ਘਰੋਂ ਬਣਾ ਸਕੇ ਆ, ਮਾੜਾ ਮੋਟਾ ਸੁੱਕਾ ਮਿੱਸਾ, ਆਪ ਜੀ ਕਿਰਪਾ ਕਰਕੇ ਇਹਨੂੰ ਹੀ ਪ੍ਰਸ਼ਾਦ ਸਮਝ ਕੇ ਤੇ ਛਕ ਲਓ। ਜਿਹੜਾ ਅਸੀਂ ਸੁੱਕਾ ਮਿੱਸਾ ਦਾਲ ਪ੍ਰਸ਼ਾਦਾ ਬਣਾਇਆ ਹੈ ਨਾ, ਤੁਸੀਂ ਸਮਝ ਲਓ ਵੀ ਇਹ ਕੜਾਹ ਪ੍ਰਸ਼ਾਦ ਹੀ ਹੈ, ਤੇ ਸਮਝ ਕੇ ਤੇ 2 ਗਰਾਹੀਆਂ ਮੂੰਹ ਵਿੱਚ ਪਾ ਲਓ। ਸਾਡੀ ਕੀਤੀ ਸੇਵਾ ਸਫਲੀ ਹੋ ਜਾਏਗੀ, ਗੁਰੂ ਦੀਆਂ ਖੁਸ਼ੀਆਂ ਮਿਲ ਜਾਣਗੀਆਂ। ਪਰ ਕੜਾਹ ਪ੍ਰਸ਼ਾਦ ਬਣਾਉਣਾ ਸਾਡੇ ਵਾਸਤੇ ਬੜਾ ਔਖਾ ਹੈ। ਸਾਡੇ ਕੋਲ ਕੋਈ ਮੱਝ ਨਹੀਂ, ਕੋਈ ਲਵੇਰੀ ਨਹੀਂ, ਘਿਓ ਅਸੀਂ ਖਰੀਦ ਨਹੀਂ ਸਕਦੇ, ਸਾਡੇ ਕੋਲ ਇੰਨਾ ਇੰਤਜ਼ਾਮ ਨਹੀਂ, ਅਸੀਂ ਗਰੀਬ ਬੰਦੇ ਆ, ਸਾਡੇ ਤੇ ਤਰਸ ਕਰੋ। ਉਨ ਮਸੰਦ ਬੋਲਿਓ ਹੰਕਾਰੀ, ਜਦੋਂ ਅਸੀਂ ਦੋਨਾਂ ਜੀਆਂ ਨੇ, ਪਤੀ ਪਤਨੀ ਨੇ ਬੇਨਤੀ ਕੀਤੀ ਵੀ ਅਸੀਂ ਕੜਾਹ ਪ੍ਰਸ਼ਾਦ ਨਹੀਂ ਬਣਾ ਸਕਦੇ, ਸੁੱਕਾ ਮਿੱਸਾ ਭੋਜਨ ਛਕ ਲਓ, ਤੇ ਉਹ ਮਸੰਦ ਸੁਣ ਕੇ ਫਿਰ ਬੋਲਿਆ। ਉਹਦੇ ਮਨ ਵਿੱਚ ਹਾਲੇ ਵੀ ਹੰਕਾਰ ਹੈ, ਮਾਣ ਹੈ ਵੀ ਮੈਂ ਤੇ ਬੜਾ ਵੱਡਾ ਜਥੇਦਾਰ ਹਾਂ, ਤੇ ਮੈਂ ਇਹ ਸੁੱਕਾ ਪ੍ਰਸ਼ਾਦਾ ਕਿਉਂ ਛਕਾਂ। ਉਹ ਮਸੰਦ ਬੜੇ ਗੁੱਸੇ ਨਾਲ ਦੁਬਾਰਾ ਫਿਰ ਬੋਲਿਆ ਹੈ। ਆਗਿਆ ਹਮਕੋ ਗੁਰੂ ਉਚਾਰੀ, ਉਸ ਵੇਲੇ ਉਹਨੇ ਫਿਰ ਮਹਾਰਾਜ ਤੁਹਾਡਾ ਨਾਂ ਲਿਆ। ਮਸੰਦ ਕਹਿਣ ਲੱਗਾ ਵੀ ਮੈਨੂੰ ਗੁਰੂ ਨੇ ਇਹ ਗੱਲ ਕਹਿ ਕੇ ਭੇਜੀ ਹੈ, ਅਸੀਂ ਗੁਰੂ ਦੇ ਹੁਕਮ ਦੇ ਵਿੱਚ ਹੀ ਕੰਮ ਕਰਦੇ ਹਾਂ। ਜੇ ਅਸੀਂ ਪ੍ਰਸ਼ਾਦਾ ਵੀ ਛਕਦੇ ਹਾਂ ਨਾ, ਤੇ ਸਾਨੂੰ ਗੁਰੂ ਦੇ ਹੁਕਮ ਦੇ ਮੁਤਾਬਕ ਹੀ ਛਕਣਾ ਪੈਂਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਗਿਆ ਕੀਤੀ ਹੈ, ਸਿੱਖ ਕੇ ਘਰ ਜਿਸ ਕੇ ਚਲ ਜਾਵੋ। ਸਤਿਗੁਰਾਂ ਨੇ ਆਖਿਆ ਵੀ ਜਿਹੜੇ ਘਰ ਵਿੱਚ ਤੁਸੀਂ ਮਸੰਦੋ ਜਾਓਗੇ, ਤੇ ਸਿੱਖ ਦੇ ਘਰ ਵਿੱਚ ਜਾ ਕੇ ਤੁਸੀਂ ਇਹ ਕੰਮ ਕਰਨਾ ਬਿਨਾ ਹੈ, ਤਿਹਾਵਲ ਅਵਰ ਨ ਖਾਵੋ, ਤੇ ਤੁਸੀਂ ਜਾ ਕੇ ਕੜਾਹ ਪ੍ਰਸ਼ਾਦ ਹੀ ਖਾਣਾ ਹੈ। ਇਹ ਮਹਾਰਾਜ ਦਾ ਹੁਕਮ ਹੈ। ਜਦੋਂ ਉਸ ਗਰੀਬ ਬੰਦੇ ਨੇ ਹੱਥ ਜੋੜ ਕੇ ਆਖਿਆ ਨਾ ਵੀ ਮੈਂ ਤੇ ਗਰੀਬ ਹਾਂ, ਦਾਲ ਪ੍ਰਸ਼ਾਦਾ ਬਣਾਇਆ ਛਕੋ, ਤੋ ਮਸੰਦ ਗੁੱਸੇ ਵਿੱਚ ਆਂਦਾ ਵੀ ਮੈਂ ਕਿਉਂ ਛਕਾਂ, ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿ ਕੇ ਭੇਜਿਆ ਵੀ ਤੂੰ ਕਿਸੇ ਵੀ ਘਰੇ ਜਾਵੇਂ, ਤੂੰ ਜਾ ਕੇ ਕੜਾਹ ਪ੍ਰਸ਼ਾਦ ਹੀ ਖਾਣਾ ਹੈ। ਇਹ ਕਿੰਨਾ ਲਾਲਚੀ ਆ, ਰੋਜ਼ ਪ੍ਰਸ਼ਾਦ ਕਿੱਥੇ ਖਾਧਾ ਜਾਂਦਾ। ਪਰ ਇਹ ਕਹਿਣ ਲੱਗਾ ਵੀ ਮੇਰਾ ਤੇ ਭੋਜਨ ਹੀ ਪ੍ਰਸ਼ਾਦ ਹੈ, ਮਹਾਰਾਜ ਨੇ ਸਾਨੂੰ ਕਿਹਾ ਵੀ ਤੁਸੀਂ ਕਿਸੇ ਵੀ ਘਰ ਵਿੱਚ ਜਾਓ, ਕੜਾਹ ਪ੍ਰਸ਼ਾਦ ਤੁਸੀਂ ਜ਼ਰੂਰ ਖਾਣਾ। ਮੈਨੂੰ ਤੇ ਗੁਰੂ ਦਾ ਹੁਕਮ ਹੈ, ਮੈਂ ਤੇ ਗੁਰੂ ਦਾ ਹੁਕਮ ਹੀ ਮੰਨਾਂਗਾ ਤੇ ਪ੍ਰਸ਼ਾਦ ਹੀ ਖਾਵਾਂਗਾ। ਗੁਰਮੁਖੋ, ਇਹ ਮਹਾਰਾਜ ਦਾ ਹੁਕਮ ਨਹੀਂ ਹੈ। ਇਹ ਮਸੰਦ ਆਪਣੇ ਕੋਲੋਂ ਗੱਲ ਬਣਾਉਂਦਾ ਪਿਆ ਵੀ ਜੇ ਇਹਨੇ ਮੇਰੇ ਕਿਹਾ ਨਹੀਂ ਪ੍ਰਸ਼ਾਦ ਬਣਾਇਆ, ਮੈਂ ਗੁਰੂ ਦਾ ਨਾਮ ਲਵਾਂ ਤੇ ਫਿਰ ਤੇ ਬਣਾਵੇਗਾ। ਕਹਿੰਦਾ ਵੀ ਮੈਨੂੰ ਗੁਰੂ ਨੇ ਕਹਿ ਕੇ ਭੇਜਿਆ ਅਨੰਦਪੁਰ ਸਾਹਿਬ ਤੋਂ ਵੀ ਜਦੋਂ ਤੂੰ ਕਿਸੇ ਦੇ ਘਰੇ ਜਾਣਾ ਤੂੰ ਕੜਾਹ ਪ੍ਰਸ਼ਾਦ ਬਣਾ ਕੇ ਖਾਣਾ ਹੈ। ਸਤਿਗੁਰ ਪਾਤਸ਼ਾਹ ਮੈਂ ਸੁਣ ਕਰ, ਸੋ ਮਹਾਰਾਜ ਪਾਤਸ਼ਾਹ ਜੀ ਇਹ ਕਹਿ ਰਿਹਾ, ਸਿੱਖ ਕਹਿਣ ਲੱਗਾ ਵੀ ਜਦੋਂ ਮਹਾਰਾਜ ਉਹਨੇ ਤੁਹਾਡਾ ਨਾਂ ਲਿਆ ਨਾ, ਮਸੰਦ ਨੇ, ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਚਨ ਨੇ ਵੀ ਕੜਾਹ ਪ੍ਰਸ਼ਾਦ ਹੀ ਖਾਣਾ ਹੈ, ਮਹਾਰਾਜ ਜਦੋਂ ਮੈਂ ਤੁਹਾਡਾ ਨਾਮ ਸੁਣਿਆ ਤੇ ਫਿਰ ਉਸ ਵੇਲੇ ਪ੍ਰਿਯ ਕੋ ਲਹਿੰਗੋ ਗਹਿਣੇ ਧਰ ਕਰ, ਕਹਿਣ ਲੱਗੇ ਵੀ ਮੈਂ ਆਪਣੀ ਘਰਵਾਲੀ ਦੇ ਜਿਹੜੇ ਗਹਿਣੇ ਸੀ ਨਾ, ਕਿਤੇ ਪੇਕਿਆਂ ਤੋਂ ਕੋਈ ਥੋੜਾ ਬਹੁਤਾ ਟੂ ਮਸ਼ੱਲਾ ਪਾਇਆ, ਮੈਂ ਉਹ ਫਿਰ ਬਾਣੀਆਂ ਕੋਲ ਗਹਿਣੇ ਰੱਖਿਆ ਵੀ ਉਹਨੂੰ ਗੁਰੂ ਦਾ ਹੁਕਮ ਹੈ ਵੀ ਗੁਰੂ ਦੇ ਸਿੱਖ ਨੂੰ ਕੜਾਹ ਪ੍ਰਸ਼ਾਦ ਹੀ ਖਵਾਉਣਾ, ਤੇ ਕੜਾਹ ਪ੍ਰਸ਼ਾਦ ਵਾਸਤੇ ਮੇਰੇ ਕੋਲ ਪੈਸੇ ਤੇ ਹੈ ਨਹੀਂ। ਉਹ ਕਿਤੇ ਪੇਕਿਆਂ ਦੇ ਵੱਲੋਂ ਥੋੜੇ ਬਹੁਤੇ ਕੋਈ ਸੋਨੇ ਦੇ ਗਹਿਣੇ ਉਹਨਾਂ ਪਾਏ ਹੋਣਗੇ, ਮੈਂ ਫਿਰ ਆਪਣੀ ਘਰਵਾਲੀ ਦੇ ਉਹ ਗਹਿਣੇ ਜਿਹੜੇ ਸਨ ਉਹ ਜਾ ਕੇ ਗਹਿਣੇ ਰੱਖੇ ਕਿਸੇ ਬਾਣੀਏ ਦੇ ਕੋਲ, ਕਿਸੇ ਸ਼ਾਹੂਕਾਰ ਦੇ ਕੋਲ, ਆਪਣੇ ਘਰ ਦੇ ਗਹਿਣੇ ਉਸ ਵੇਲੇ ਰੱਖ ਕੇ ਦੇ ਕੇ ਕਰਾ ਤਾਹੀਂ ਅਚਵਾਇਓ, ਤੇ ਉਹਦੇ ਕੋਲੋਂ ਫਿਰ ਬਾਣੀਏ ਕੋਲੋਂ ਰਸਤ ਲਈ, ਕੁਝ ਘਿਓ ਲੈ ਲਿਆ, ਕੁਝ ਸੀਧਾ ਵਗੈਰਾ ਲੈ ਕੇ, ਜੋ ਵੀ ਖੰਡ ਸ਼ੱਕਰ ਲੈ ਕੇ ਮੈਂ ਆਇਆ, ਆ ਕੇ ਫਿਰ ਕੜਾਹ ਪ੍ਰਸ਼ਾਦ ਬਣਾਇਆ, ਤੇ ਕੜਾਹ ਪ੍ਰਸ਼ਾਦ ਬਣਾ ਕੇ ਫਿਰ ਉਹ ਮੋਟੇ ਮਸੰਦ ਨੂੰ ਦਿੱਤਾ ਵੀ ਲੈ ਮਸੰਦਾ ਖਾ, ਜੇ ਤੇਰੀ ਇੱਛਾ ਹੀ ਪ੍ਰਸ਼ਾਦ ਖਾਣ ਦੀ ਹੈ। ਤੇ ਫਿਰ ਅਸੀਂ ਪ੍ਰਸ਼ਾਦ ਦਾ ਇੰਤਜ਼ਾਮ ਇਸ ਤਰ੍ਹਾਂ ਕੀਤਾ, ਆਪਣੇ ਘਰ ਦੇ ਗਹਿਣੇ ਵੇਚ ਕੇ।
ਤੇ ਫਿਰ ਮਹਾਰਾਜ ਉਸ ਮਸੰਦ ਨੂੰ, ਤੁਹਾਡੇ ਭੇਜੇ ਹੋਏ ਮਸੰਦ ਨੂੰ ਅਸੀਂ ਪ੍ਰਸ਼ਾਦ ਖਵਾਇਆ ਹੈ। ਜੇ ਅਰਦਾਸ ਵਿਦਾ ਕਰ ਆਇਓ। ਫਿਰ ਉਹਨੇ ਅਰਦਾਸ ਕੀਤੀ, ਜਦੋਂ ਪ੍ਰਸ਼ਾਦ ਨਾਲ ਛਕ ਕੇ ਰੱਜ ਗਿਆ ਨਾ, ਰੱਜ ਕੇ ਫਿਰ ਉਹਨੇ ਆਖਿਆ ਵੀ ਲਿਆਓ ਪਾਣੀ, ਹੁਣ ਮੈਂ ਹੱਥ ਧੋਵਾਂਗਾ। ਹੱਥ ਧੋਤੇ, ਫਿਰ ਉਹਨੇ ਅਰਦਾਸ ਕੀਤੀ ਸਾਡਾ ਨਾਮ ਲੈ ਕੇ। ਅਰਦਾਸ ਕਰਕੇ ਫਿਰ ਉਹਨੇ ਸਾਨੂੰ ਆਖਿਆ ਚਲੋ ਭਾਈ ਸਤਿ ਸ੍ਰੀ ਅਕਾਲ, ਤੇ ਅਸੀਂ ਵੀ ਉਹਨੂੰ ਆਖਿਆ ਵੀ ਸਤਿ ਸ੍ਰੀ ਅਕਾਲ। ਉਹ ਆਪਣੇ ਘਰ ਨੂੰ, ਆਪਣੇ ਰਾਹ ਨੂੰ ਪੈ ਗਿਆ ਤੇ ਅਸੀਂ ਆਪਣੇ ਘਰ ਬੈਠ ਗਏ। ਇਸ ਹਾਂ, ਪ੍ਰਕਾਰ ਦੁਖ ਦੇਤ ਕਨੇਰੇ। ਮਹਾਰਾਜ ਇਹ ਤੁਹਾਡੇ ਮਸੰਦ ਇਹੋ ਜਿਹਾ ਸਾਨੂੰ ਦੁੱਖ ਦਿੰਦੇ ਨੇ ਜਾ ਕੇ। ਜਿਹੋ ਜਿਹਾ ਬੰਦਾ ਰੋਟੀ ਪਾਣੀ ਉਹੋ ਜਿਹਾ ਹੀ ਦੇਵੇਗਾ ਨਾ। ਜੇ ਹੁਣ ਮੈਂ ਨਹੀਂ ਖਵਾ ਸਕਦਾ ਤੇ ਉਹ ਮੇਰੀ ਸਮਰੱਥਾ ਨਹੀਂ ਹੈ। ਪਰ ਇਹ ਮਹਾਰਾਜ ਤੁਹਾਡਾ ਹੀ ਨਾਮ ਲੈਂਦੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਵੀ ਕੜਾਹ ਪ੍ਰਸ਼ਾਦ ਹੀ ਖਾ ਕੇ ਆਉਣਾ। ਤੇ ਸਾਨੂੰ ਮਹਾਰਾਜ ਇਹਨਾਂ ਵਾਸਤੇ ਆਪਣੇ ਗਹਿਣੇ ਵੇਚਣੇ ਪੈਂਦੇ। ਇਹ ਤੁਹਾਡੇ ਮਸੰਦ ਐਸਾ ਦੁੱਖ ਦਿੰਦੇ ਹਨ। ਚਰਕਤ ਬਹੁਰ ਜਾਤ ਜਿਸ ਬੇਰੇ। ਤੇ ਸਤਿਗੁਰੂ ਪਾਤਸ਼ਾਹ ਫਿਰ ਸਾਡੀ ਬੇਇੱਜ਼ਤੀ ਬੜੀ ਕਰਦੇ ਘਰੇ ਜਾ ਕੇ। ਸਾਨੂੰ ਮਾੜਾ ਬੋਲਦੇ ਨੇ, ਸਾਨੂੰ ਗਾਲਾਂ ਵੀ ਦਿੰਦੇ ਨੇ, ਸਾਨੂੰ ਬੜੀਆਂ ਝਿੜਕਾਂ ਮਾਰਦੇ ਵੀ ਜਿਵੇਂ ਅਸੀਂ ਬੜੇ ਵੱਡੇ ਅਪਰਾਧੀ ਹਾਂ। ਇਹ ਸਾਨੂੰ ਬਹੁਤ ਝਿੜਕਦੇ ਨੇ, ਬੇਇੱਜ਼ਤੀ ਕਰਦੇ ਨੇ। ਪਰੇ ਪੰਚਾਇਤ ਵਿੱਚ 4 ਬੰਦਿਆਂ ਵਿੱਚ ਬੈਠਿਆਂ ਹੋਇਆਂ ਮਹਾਰਾਜ ਤੁਹਾਡੇ ਮਸੰਦ ਸਾਡੀ ਬੜੀ ਨਰਾਦਰੀ ਕਰਦੇ ਹਨ। ਹੁਕਮ ਆਪ ਕੋ ਹੋਵੇ ਜੈਸੇ। ਸਤਿਗੁਰੂ ਪਾਤਸ਼ਾਹ ਹੁਣ ਤੁਸੀਂ ਦੱਸੋ ਵੀ ਅਸੀਂ ਕੀ ਕਰੀਏ। ਇਹ ਮਸੰਦ ਇਸੇ ਤਰ੍ਹਾਂ ਹੀ ਕੜਾਹ ਪ੍ਰਸ਼ਾਦ ਖਾਂਦੇ ਰਹਿਣਗੇ ਤੇ ਸਾਨੂੰ ਆਪਣੇ ਗਹਿਣੇ ਵੇਚਣੇ ਪਿਆ ਕਰਨਗੇ, ਕਿ ਜਾਂ ਕੋ ਮਹਾਰਾਜ ਇਹਦੇ ਵਾਸਤੇ ਨਵੀਂ ਰੀਤ ਤੋਰੋਗੇ। ਜਿਵੇਂ ਆਪ ਜੀ ਦਾ ਹੁਕਮ ਹੈ ਸਾਨੂੰ ਦੱਸਣਾ ਕਰੋ। ਸੰਗਤ ਸਗਰੀ ਵਰਤੈ ਤੈਸੇ। ਮਹਾਰਾਜ ਜਿਵੇਂ ਤੁਸੀਂ ਕਹੋਗੇ ਨਾ, ਇਹ ਸਾਰੀ ਸੰਗਤ ਨੂੰ ਸੁਨੇਹਾ ਪਹੁੰਚੇਗਾ ਤੇ ਅਸੀਂ ਫਿਰ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਕਹੋਗੇ। ਇਸ ਕਰਕੇ ਦੱਸੋ ਵੀ ਮਹਾਰਾਜ ਕੀ ਕਰਨਾ ਹੈ। ਸੁਣ ਸਿੱਖਨ ਕੋ ਦੁਖ ਤਿਸ ਬੇਰਾ। ਮਹਾਰਾਜ ਜੀਆਂ ਨੇ ਜਦੋਂ ਸੁਣਿਆ ਨਾ ਸਿੱਖ ਦਾ ਬਚਨ ਤੇ ਸਿੱਖ ਦਾ ਦੁੱਖ ਸੁਣਿਆ, ਉਹ ਸਿੱਖ ਵਿਚਾਰਾ ਰੋਣ ਹੀ ਲੱਗ ਪਿਆ ਮਹਾਰਾਜ ਦੇ ਸਾਹਮਣੇ ਵੀ ਮਹਾਰਾਜ ਬੜੀ ਮਾੜੀ ਹਾਲਤ ਹੈ। ਅਸੀਂ ਤੇ ਆਪ ਪ੍ਰਸ਼ਾਦਾ ਕਦੀ ਭੁੱਖੇ ਰਹਿਣਾ ਪੈਂਦਾ ਹੈ, ਪਰ ਤੁਹਾਡੇ ਮਸੰਦ ਨੇ ਸਾਡੇ ਗਹਿਣੇ ਵਿਕਾਏ ਤੁਹਾਡਾ ਨਾਮ ਲੈ ਕੇ। ਉਹ ਵਿਚਾਰਾ ਸਿੱਖ ਰੋਣ ਹੀ ਲੱਗ ਪਿਆ ਜਦੋਂ ਮਹਾਰਾਜ ਨੇ ਸੁਣੇ ਨਾ ਐਸੇ ਬਚਨ ਸਿੱਖ ਦੇ। ਤੇ ਫਿਰ ਉਸ ਵੇਲੇ ਅਰੁਣ ਬਰਨ ਮੁਖ ਕੋਪ ਕਨੇਰਾ। ਸਤਿਗੁਰਾਂ ਦੇ ਮੁਖ ਦੇ ਉੱਪਰ ਫਿਰ ਲਾਲੀ ਆ ਗਈ। ਉਸ ਵੇਲੇ ਚਿਹਰਾ ਲਾਲ ਹੋ ਗਿਆ ਗੁੱਸੇ ਦੇ ਨਾਲ। ਬੜਾ ਗੁੱਸਾ ਆਇਆ ਮਹਾਰਾਜ ਨੂੰ ਸੁਣ ਕੇ ਵੀ ਇਹ ਲੋਕ ਕੀ ਕਰਦੇ ਆ। ਇਹ ਤਾਂ ਕਿਸੇ ਗਰੀਬ ਨੂੰ ਜਾ ਕੇ ਦੁੱਖ ਦੇਣ ਵਾਲੀ ਗੱਲ ਹੈ। ਇਹ ਬਚਨ ਸੁਣਿਆ ਮਹਾਰਾਜ ਜੀਆਂ ਨੇ, ਬੜਾ ਉਸ ਵੇਲੇ ਦੁਖੀ ਹੋਏ। ਸਤਿਗੁਰੂ ਮੁਖ ਮਹਾਰਾਜ ਦਾ ਗੁੱਸੇ ਨਾਲ ਲਾਲ ਹੋਇਆ ਹੈ। ਸਭ ਪ੍ਰਤੀ ਹੁਕਮ ਕਰਿਓ ਗੁਰ ਤਬੈ। ਉਸ ਵੇਲੇ ਸਤਿਗੁਰੂ ਪਾਤਸ਼ਾਹ ਨੇ ਸਾਰੀ ਸੰਗਤ ਨੂੰ ਸੁਣਾ ਕੇ ਉੱਚੀ ਆਵਾਜ਼ ਦੇ ਵਿੱਚ ਫਿਰ ਮਹਾਰਾਜ ਨੇ ਹੁਕਮ ਕੀਤਾ ਹੈ। ਊਟ ਮਸੰਦਨ ਕੋ ਲਿਓ ਸਬੈ। ਮਹਾਰਾਜ ਕਹਿਣ ਲੱਗੇ ਭਾਈ ਹੁਣ ਜੇ ਮਸੰਦ ਤੁਹਾਡੇ ਘਰੇ ਆਉਣ ਨਾ, ਤੁਸੀਂ ਮਸੰਦਾਂ ਨੂੰ ਦੇਣਾ ਕੁਝ ਨਹੀਂ ਹੈ, ਸਗੋਂ ਇਹਨਾਂ ਦੀਆਂ ਜੇਬਾਂ ਵਿੱਚੋਂ ਵੀ ਕੱਢ ਲੈਣਾ। ਤਗੜੇ ਹੋ ਜਾਓ, ਪਿੰਡਾਂ ਦੇ ਪਿੰਡ ਇਕੱਠੇ ਕਰ ਲਓ ਆਪੋ ਆਪਣੇ ਨੌਜਵਾਨ। ਅਸੀਂ ਇਹ ਮਸੰਦ ਪ੍ਰਥਾ ਬੰਦ ਕਰਨ ਲੱਗੇ ਆ। ਪਰ ਫਿਰ ਵੀ ਜੇ ਕੋਈ ਸਾਡਾ ਨਾਮ ਲੈ ਕੇ ਤੁਹਾਨੂੰ ਕੋਈ ਮਾੜਾ ਬੋਲੇ ਜਾਂ ਤੁਹਾਨੂੰ ਇਹ ਗੱਲ ਕਹੇ ਵੀ ਮੈਂ ਰੋਟੀ ਨਹੀਂ ਖਾਣੀ, ਮੇਰੇ ਵਾਸਤੇ ਮਾਸ ਬਣਾ ਕੇ ਲਿਆਓ ਜਾਂ ਪ੍ਰਸ਼ਾਦ ਬਣਾ ਕੇ ਲਿਆਓ, ਜੇ ਕੋਈ ਇਹ ਗੱਲ ਕਹਿੰਦਾ ਵੀ ਹੈ ਨਾ, ਤੇ ਤੁਸੀਂ ਉਸ ਨੂੰ ਸਾਰੇ ਜਾਣੇ ਇਕੱਠੇ ਹੋ ਕੇ ਫੜ ਲਿਆ ਕਰੋ ਤੇ ਫਿਰ ਉਸ ਨੂੰ ਲੁੱਟ ਲਿਆ ਕਰੋ। ਉਹਦੇ ਕੋਲ ਕੁਝ ਨਾ ਛੱਡੋ ਜਿਹੜਾ ਇਸ ਤਰ੍ਹਾਂ ਕਹਿੰਦਾ ਹੈ। ਕਰਤੇ ਦਿਓ ਨਿਕਾਸ ਕਰ ਮਾਰ। ਤੇ ਮਹਾਰਾਜ ਕਹਿਣ ਲੱਗੇ ਵੀ ਚੰਗੀ ਤਰ੍ਹਾਂ ਸੇਵਾ ਹੁਣ ਪ੍ਰਸ਼ਾਦੇ ਦੀ ਨਹੀਂ ਕਰਨੀ, ਹੁਣ ਸੇਵਾ ਡੰਡਿਆਂ ਦੀ ਕਰਨੀ। ਜਿਹੜਾ ਜਵਾ ਕੇ ਤੁਹਾਨੂੰ ਦੁੱਖ ਦਿੰਦਾ, ਮਾੜਾ ਬੋਲਦਾ, ਸਾਡਾ ਨਾਂ ਲੈ ਕੇ, ਉਹਨੂੰ ਲੁੱਟ ਲੈਣਾ ਤੁਸੀਂ, ਉਹਦੀਆਂ ਜੇਬਾਂ ਵੀ ਖਾਲੀ ਕਰ ਦੇਣੀਆਂ ਤੇ ਫਿਰ ਡੰਡੇ ਨੂੰ ਲਾ ਕੇ ਤੇਲ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਇੱਕ ਵਾਰੀ ਉੱਥੇ ਚਾੜਾ ਛਕਾਉਣਾ ਵੀ ਤੂੰ ਦੱਸ ਵੀ ਤੈਨੂੰ ਕੀ ਚਾਹੀਦਾ, ਤੇ ਕੁੱਟ ਕੇ ਫਿਰ ਉਹਨੂੰ ਘਰੋਂ ਬਾਹਰ ਕੱਢ ਦੇਣਾ ਵੀ ਜਾ ਚਲੇ ਜਾ, ਜਿਹਨੂੰ ਦੱਸਣਾ ਦੱਸ ਦੇ ਜਾ ਕੇ। ਇਸ ਤਰ੍ਹਾਂ ਇਹਨਾਂ ਮਸੰਦਾਂ ਨੂੰ ਮਹਾਰਾਜ ਨੇ ਆਖਿਆ ਵੀ ਤਗੜੇ ਹੋ ਕੇ ਅੱਗੋਂ ਮਿਲੋ ਤਾਂ ਇਹਨਾਂ ਨੇ ਸੁਧਰਨਾ ਹੈ। ਦੀਜੈ ਤਨ ਗੁਰ ਕੀ ਕਾਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹਨਾਂ ਨੂੰ ਅੱਜ ਤੋਂ ਬਾਅਦ ਗੁਰੂ ਦੀ ਕਾਰ ਦੇਣੀ ਨਹੀਂ ਹੈ। ਜਿਹੜੀ ਤੁਸੀਂ ਗਰਾਈ ਦੇਣੀ ਹੈ ਉਹ ਤੁਸੀਂ ਆਪ ਆ ਕੇ ਦਿਆ ਕਰੋ, ਇਹਨਾਂ ਨੂੰ ਨਹੀਂ ਦੇਣੀ। ਇਹ ਉਹਦਾ ਸ਼ਰਾਬ ਪੀਂਦੇ ਨੇ, ਮਾਸ ਖਾਂਦੇ ਨੇ, ਸਗੋਂ ਹੰਕਾਰੀ ਹੋ ਜਾਂਦੇ ਨੇ, ਸੰਗਤ ਨਾਲ ਝਗੜਦੇ ਨੇ। ਇਸ ਕਰਕੇ ਇਹਨਾਂ ਨੂੰ ਕੋਈ ਚੀਜ਼ ਅੱਜ ਤੋਂ ਬਾਅਦ ਨਹੀਂ ਦੇਣੀ ਹੈ। ਸਵਾਨ ਮਨਿੰਦ ਮਸੰਦ ਬਿਲੰਦੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਜਿਹੜੇ ਮਸੰਦ ਨੇ ਇਹ ਇਸ ਵੇਲੇ ਕੁੱਤੇ ਵਰਗੇ ਹੋ ਗਏ ਨੇ। ਕੁੱਤੇ ਵਰਗਾ ਸੁਭਾਅ, ਕੁੱਤੇ ਵਰਗੇ ਕੰਮ, ਇਹਨਾਂ ਮਸੰਦਾਂ ਦੇ ਕੰਮ ਕੁੱਤੇ ਵਰਗੇ ਹਨ। ਸਿੱਖਨ ਕੱਟ ਕੱਟ ਖਾਵੇਂ ਮੰਦੇ। ਜਿਵੇਂ ਜਿਵੇਂ ਕੁੱਤਾ ਕੱਟ ਕੱਟ ਕੇ ਮਾਸ ਖਾਂਦਾ ਹੈ ਨਾ, ਉਸੇ ਤਰ੍ਹਾਂ ਇਹ ਗਰੀਬਾਂ ਨੂੰ ਦੁੱਖ ਦੇ ਦੇ ਕੇ
ਨਾਲੇ ਤੇ ਰੋਹ ਮਾਰਦੇ ਨੇ, ਨਾਲੇ ਗਰੀਬਾਂ ਨੂੰ ਲੁੱਟਦੇ ਨੇ ਵੀ ਇੰਨੇ ਪੈਸੇ ਤੈਨੂੰ ਦੇਣੇ ਹੀ ਪੈਣਗੇ। ਤੇ ਭਾਵੇਂ ਕਿਸੇ ਨੂੰ ਆਪਣਾ ਘਰ ਵੇਚਣਾ ਪਵੇ, ਕਿਸੇ ਨੂੰ ਕੋਈ ਕੱਪੜਾ ਵੇਚਣਾ ਪਵੇ, ਕਿਸੇ ਨੂੰ ਕੋਈ ਆਪਣੀ ਜ਼ਮੀਨ ਵੇਚਣੀ ਪਵੇ, ਕਿਸੇ ਨੂੰ ਕੋਈ ਗਹਿਣਾ ਜਾਂ ਮੱਝ ਗਾਂ ਵੇਚਣੀ ਪਵੇ, ਵੇਚ ਕੇ ਫਿਰ ਇਹਨਾਂ ਦੇ ਢਿੱਡ ਭਰਦੇ ਨੇ। ਜਿਵੇਂ ਕੁੱਤਾ ਮਾਸ ਖਾਂਦਾ ਹੈ, ਇਹ ਗਰੀਬ ਨੂੰ ਮਜਬੂਰ ਕਰਕੇ ਉਸ ਨੂੰ ਖਾਂਦੇ ਹਨ। ਦੇਹੁ ਲਸ਼ਟ ਕਾ ਸਿਰ ਪਰ ਤੇ ਮਾਰ। ਮਹਾਰਾਜ ਕਹਿਣ ਲੱਗੇ ਜੇ ਕੁੱਤਾ ਹਲਕਾ ਹੋ ਜਾਵੇ ਨਾ, ਕੁੱਤਾ ਵੱਢਣ ਲੱਗ ਪਵੇ, ਤੇ ਫਿਰ ਕੁੱਤੇ ਨੂੰ ਰੋਟੀ ਦੀ ਥਾਂ ਤੇ ਡੰਡਾ ਹੀ ਚਾਹੀਦਾ। ਫਿਰ ਡੰਡਾ ਫੇਰੋ ਕੁੱਤੇ ਦੇ ਸਿਰ ਵਿੱਚ ਮਾਰੋ ਡੰਡਾ। ਮਹਾਰਾਜ ਕਹਿਣ ਲੱਗੇ ਮਸੰਦ ਕੁੱਤਿਆਂ ਵਰਗੇ ਨੇ, ਪਹਿਲਾਂ ਤਾਂ ਇਹਨਾਂ ਨੂੰ ਤੁਸੀਂ ਰੋਟੀ ਦਿੰਦੇ ਸੀ, ਹੁਣ ਰੋਟੀ ਨਹੀਂ ਦੇਣੀ, ਹੁਣ ਇਹਨਾਂ ਦੇ ਸਿਰ ਵਿੱਚ ਡੰਡਾ ਦੇਣਾ। ਜਦੋਂ ਕੋਈ ਮਸੰਦ ਆ ਕੇ ਮਾੜੇ ਬਚਨ ਕਰਦਾ, ਉਸ ਨੂੰ ਡੰਡੇ ਦੇ ਨਾਲ ਕੁੱਟਣਾ ਕਰੋ। ਕਰ ਕੀ ਵਿਦ ਵਹਿਰ ਨਿਕਾਰ। ਤੇ ਜਿਵੇਂ ਆਪਾਂ ਕੁੱਤੇ ਨੂੰ ਮਾਰ ਕੇ ਬਾਹਰ ਕੱਢੀਦਾ ਨਾ ਘਰੋਂ, ਡੰਡਾ ਸੋਟਾ ਮਾਰ ਕੇ, ਰੋੜਾ ਇੱਟਾ ਮਾਰ ਕੇ ਕੁੱਤੇ ਨੂੰ ਭਜਾ ਦੀਦਾ, ਬਿਲਕੁਲ ਇਸੇ ਤਰ੍ਹਾਂ ਕੁੱਤੇ ਦੇ ਵਾਂਗ ਮਾਰ ਕੇ ਕੁੱਟ ਕੇ ਇਹਨਾਂ ਨੂੰ ਘਰੋਂ ਬਾਹਰ ਕੱਢੋ। ਕਿਸੇ ਨੇ ਵੀ ਸਾਡੀ ਇਹਨਾਂ ਨੂੰ ਕਾਰ ਭੇਟਾ ਨਹੀਂ ਦੇਣੀ ਹੈ। ਜਿਸ ਗੁਰ ਪਾਪੀ ਤੇ ਸਿੱਖ ਦੁਖੀ। ਮਹਾਰਾਜ ਕਹਿਣ ਲੱਗੇ ਜਿਸ ਮਸੰਦ ਤੋਂ ਸਿੱਖ ਦੁਖੀ ਨੇ, ਜਿਹੜਾ ਮਸੰਦ ਸਿੱਖਾਂ ਨੂੰ ਦੁਖੀ ਕਰਦਾ ਹੈ, ਵਿੱਚ ਪਰਲੋਕ ਕਿਆ ਕਰ ਹੋਏ ਸੁਖੀ। ਤੇ ਮਹਾਰਾਜ ਕਹਿਣ ਲੱਗੇ ਉਹ ਪਰਲੋਕ ਦੇ ਵਿੱਚ ਕਿਵੇਂ ਸੁਖ ਲਵੇਗਾ। ਜਿਹੜਾ ਇੱਥੇ ਗੁਰੂ ਕੇ ਸਿੱਖ ਨੂੰ ਦੁਖੀ ਕਰਦਾ ਤੇ ਕਹਿੰਦਾ ਵੀ ਤੈਨੂੰ ਮੈਂ ਸੁਖ ਦੇਵਾਂਗਾ, ਉਹਨੂੰ ਤੇ ਆਪ ਨੂੰ ਦੁੱਖ ਪਰਲੋਕ ਵਿੱਚ ਮਿਲਣੇ ਨਹੀਂ, ਉਹ ਸੁੱਖ ਕਿੱਥੋਂ ਦੇ ਸਕਦਾ ਹੈ। ਵਿੱਚ ਦਰਗਾਹ ਸਹਾਇਕ ਕਹਾਂ। ਮਹਾਰਾਜ ਕਹਿਣ ਲੱਗੇ ਦਰਗਾਹ ਦੇ ਵਿੱਚ ਉਹਦੀ ਸਹਾਇਤਾ ਫਿਰ ਕਿਵੇਂ ਕਰਨੀ ਹੈ। ਜਿਸ ਗੁਰ ਤੇ ਦੁੱਖ ਲਹਿ ਨਿਤ। ਜਿਸ ਮਸੰਦ ਤੋਂ ਇੱਥੇ ਦੁੱਖ ਮਿਲਦਾ, ਜਿਹੜਾ ਮਸੰਦ ਇੱਥੇ ਦੁਖੀ ਕਰੀ ਬੈਠਾ, ਉਹ ਮਸੰਦ ਤੁਹਾਨੂੰ ਪਰਲੋਕ ਦੇ ਵਿੱਚ ਕਿਵੇਂ ਸੁੱਖ ਦੇਵੇਗਾ। ਇਸ ਕਰਕੇ ਜਿਹੜਾ ਮਸੰਦ ਇੱਥੇ ਦੁਖੀ ਕਰਦਾ, ਉਹਨੂੰ ਡੰਡੇ ਦੇ ਨਾਲ ਕੁੱਟ ਕੇ ਸਜ਼ਾ ਦਿਓ ਤੇ ਆਪਣੇ ਘਰੋਂ ਬਾਹਰ ਕੱਢ ਦਿਓ। ਇਹ ਸਾਡਾ ਹੁਕਮ ਹੈ। ਗੁਰੂ ਹੁਕਮ ਸਿੰਘਨ ਸੁਣ ਪਾਇਓ। ਜਦੋਂ ਮਹਾਰਾਜ ਦਾ ਹੁਕਮ ਸੁਣਿਆ ਨਾ ਸਿੱਖਾਂ ਨੇ, ਕਿਉਂਕਿ ਸਿੱਖ ਤੇ ਉਡੀਕਦੇ ਸਨ ਵੀ ਮਹਾਰਾਜ ਕਹਿਣ ਤੇ ਅਸੀਂ ਇਹਨਾਂ ਨੂੰ ਸਜ਼ਾ ਦਈਏ, ਪਹਿਲਾਂ ਹੀ ਬੜੇ ਤੰਗ ਨੇ। ਜਦੋਂ ਮਹਾਰਾਜ ਦਾ ਹੁਕਮ ਸੰਗਤ ਨੇ ਸੁਣਿਆ ਹੈ, ਬੰਦ ਮਸੰਦ ਲੀਨ ਸਮੁਦਾਇਓ। ਤੇ ਉਸ ਵੇਲੇ ਸੰਗਤਾਂ ਸਿੱਖਾਂ ਨੇ ਜਿਹੜੇ ਜਿਹੜੇ ਪਿੰਡ ਵਿੱਚ ਮਸੰਦ ਸਨ, ਜਾਂ ਮਸੰਦ ਜਿਹੜੇ ਪਿੰਡਾਂ ਵਿੱਚ ਗ੍ਰਾਹੀ ਕਰਨ ਜਾਂਦੇ ਸਨ, ਸੰਗਤ ਨੇ ਨੌਜਵਾਨ ਨੂੰ ਨਾਲ ਲੈ ਕੇ ਉਹਨਾਂ ਮਸੰਦਾਂ ਨੂੰ ਉੱਥੇ ਹੀ ਬੰਨ੍ਹ ਲਿਆ ਰੱਸਿਆਂ ਦੇ ਨਾਲ। ਆਓ ਤੁਹਾਨੂੰ ਕੜਾਹ ਖਵਾਈਏ। ਤੇ ਉਹ ਫਿਰ ਹੱਥ ਜੋੜਦੇ ਵੀ ਨਹੀਂ, ਸਾਨੂੰ ਕੜਾਹ ਨਹੀਂ, ਅਸੀਂ ਨਹੀਂ ਮੰਗਦੇ ਕੁਝ ਵੀ, ਸਾਨੂੰ ਛੱਡ ਦਿਓ। ਕਹਿਣ ਲੱਗੇ ਵੀ ਨਹੀਂ, ਹੁਣ ਤੇ ਖਵਾ ਕੇ ਹੀ ਭੇਜਾਂਗੇ। ਚੰਗੀ ਤਰ੍ਹਾਂ ਫਿਰ ਬੰਨ੍ਹ ਕੇ ਰੱਸੇ ਦੇ ਨਾਲ ਤੇ ਫਿਰ ਡੰਡੇ ਦੇ ਨਾਲ ਫਿਰ ਉਹਨਾਂ ਨੂੰ ਛਕਾਇਆ ਜਾਂਦਾ ਹੈ। ਤੋ ਪਦਾਰਥ ਜੇ ਤੱਕ ਪਾਸ। ਜਿੰਨਾ ਕੋਈ ਪਦਾਰਥ ਉਹਨਾਂ ਦੇ ਕੋਲ ਹੁੰਦਾ ਨਾ, ਮਸੰਦਾਂ ਦੀਆਂ ਜੇਬਾਂ ਵਿੱਚ ਕੋਈ ਪੈਸਾ, ਕੋਈ ਟਕਾ, ਕੋਈ ਵਸਤੂ ਹੁੰਦੀ ਹੈ, ਦੀਨੋ ਲੂਟ ਸਮੇਤ ਆਵਾਸ। ਤੇ ਉਹ ਫਿਰ ਸੰਗਤਾਂ ਲੁੱਟ ਲੈਂਦੀਆਂ। ਜਿਹੜੀ ਲੋਕਾਂ ਕੋਲੋਂ ਗਰਾਈ ਇਕੱਠੀ ਕਰਕੇ ਜੇਬ 'ਚ ਪਾਈ ਹੁੰਦੀ, ਉਹ ਸੰਗਤਾਂ ਲੁੱਟ ਲੈਂਦੀਆਂ। ਮਹਾਰਾਜ ਦਾ ਹੁਕਮ ਹੈ ਵੀ ਇਹਨਾਂ ਨੂੰ ਹੀ ਲੁੱਟ ਲਓ। ਸੰਗਤਾਂ ਲੁੱਟ ਲੈਂਦੀਆਂ, ਨਾਲੇ ਕੁੱਟਦੀਆਂ ਹਨ ਇਹਨਾਂ ਨੂੰ ਚੰਗੀ ਤਰ੍ਹਾਂ। ਕਿਤਕ ਦਿਵਸ ਬੰਧਨ ਕਰ ਰੱਖੇ। ਤੇ ਕੁਝ ਦਿਨ ਘਰੇ ਹੀ ਰੱਖਦੇ ਬੰਨ੍ਹ ਕੇ, ਰੱਸਾ ਪਾ ਕੇ, ਜਿਵੇਂ ਆਪਾਂ ਪਸ਼ੂ ਬੰਨੀਦਾ ਨਾ, ਪੈਰ ਨੂੰ ਰੱਸਾ ਪਾ ਕੇ, ਸੰਗਲ ਪਾ ਕੇ, ਤੇ ਘਰੇ ਹੀ ਬੰਨ੍ਹ ਕੇ ਰੱਖਦੇ, ਕੁਝ ਦਿਨ ਵਾਸਤੇ ਛੱਡਦੇ ਨਹੀਂ ਹਨ। ਬਾਰ-ਬਾਰ ਬੇਨਤੀ ਪੁਨ ਭਾਖੇ। ਅਤੇ ਫਿਰ ਇਹ ਮਸੰਦ ਹੱਥ ਜੋੜ ਕੇ ਬੇਨਤੀਆਂ ਕਰਦੇ, ਅੱਜ ਤੋਂ ਬਾਅਦ ਅਸੀਂ ਨਹੀਂ ਆਵਾਂਗੇ, ਅੱਜ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਕਵਾਂਗੇ, ਅੱਜ ਤੋਂ ਬਾਅਦ ਅਸੀਂ ਗਰਾਈ ਨਹੀਂ ਮੰਗਾਂਗੇ, ਸਾਨੂੰ ਛੱਡ ਦਿਓ। ਫਿਰ ਤਰਲਾ ਕਰਦੇ ਹਨ। ਕਿਤਕ ਮਾਸ ਬਿਤੇ ਤਵ ਸ਼ੋਰੇ। ਤੇ ਕਹਿਣ ਲੱਗੇ ਕੁਝ ਮਹੀਨੇ ਬੰਨ੍ਹ ਕੇ ਜਦੋਂ ਵੇਖਿਆ ਵੀ ਇਹ ਮੋਟਾ ਸਾਰਾ ਮਸੰਦ ਹੁਣ ਪਤਲਾ ਹੋ ਗਿਆ, ਇਹ ਹੁਣ ਦੁਖੀ ਹੋ ਗਿਆ, ਭੁੱਖਾ ਰਿਹਾ, ਪਿਆਸਾ ਰਿਹਾ, ਇਹ ਹੁਣ ਤਰਲੇ ਕਰਦਾ, ਫਿਰ ਉਹਨੂੰ ਛੱਡ ਦਿੰਦੇ ਵੀ ਜਾ, ਪਰ ਅੱਜ ਤੋਂ ਬਾਅਦ ਐਸਾ ਕੰਮ ਨਹੀਂ ਕਰਨਾ ਹੈ। ਆਏ ਗੁਰੂ ਢਿਗ ਚਰਨ ਨਹੀਂ ਹੋ ਰਹੇ। ਤੇ ਫਿਰ ਗੁਰੂ ਦੇ ਕੋਲ ਆਉਂਦੇ ਹਨ। ਦੇਖ ਦਇਆ ਕਰ ਪ੍ਰਭੂ ਬਤਾਇਓ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇਖ ਕੇ ਦਇਆ ਕਰਕੇ ਫਿਰ ਦੱਸਦੇ ਹਨ, ਮੈਂ ਸਿੱਖਨ ਦੁੱਖ ਦੇਹੋ ਕਦਾਇਓ। ਤੇ ਸਤਿਗੁਰੂ ਜਦੋਂ ਵੇਖਦੇ ਨਾ ਵੀ ਆਹ ਮਸੰਦ ਤੇ ਬੜਾ ਮੋਟਾ ਸੀਗਾ, ਬੜਾ ਅਮੀਰ ਸੀਗਾ, ਹੁਣ ਇਹ ਗਰੀਬ ਹੋ ਗਿਆ, ਜਾਂ ਇਹ ਬੜਾ ਕਮਜ਼ੋਰ ਹੋ ਗਿਆ, ਜਾਂ ਇਹਨੂੰ ਸਜ਼ਾ ਮਿਲੀ ਹੈ, ਤੇ ਉਹ ਮਸੰਦ ਫਿਰ ਗੁਰੂ ਕੋਲ ਆਉਂਦੇ। ਮਹਾਰਾਜ ਸਾਨੂੰ ਫਲਾਣੇ ਪਿੰਡ ਦੀ ਸੰਗਤ ਨੇ ਕੁੱਟਿਆ, ਜਾਂ ਫਲਾਣੇ ਪਿੰਡ ਦੀ ਸੰਗਤ ਨੇ ਸਾਨੂੰ ਲੁੱਟਿਆ। ਤੇ ਮਹਾਰਾਜ ਕਹਿਣ ਲੱਗੇ ਪਹਿਲਾਂ ਤੁਸੀਂ ਲੁੱਟਦੇ ਸੀ, ਹੁਣ ਤੁਹਾਨੂੰ ਉਹ ਲੁੱਟਦੇ। ਪਹਿਲਾਂ ਤੁਸੀਂ ਮਾੜਾ ਬੋਲਦੇ ਸੀ, ਹੁਣ ਉਹ ਬੋਲਦੇ ਨੇ। ਇਸ ਕਰਕੇ ਪਹਿਲਾਂ ਬਚਨ ਹੀ ਨਾ ਮਾੜਾ ਬੋਲੋ ਵੀ ਹੁਣ ਐਸੀ ਸਜ਼ਾ ਮਿਲੇ।
ਫਿਰ ਮਹਾਰਾਜ ਇਸ ਤਰ੍ਹਾਂ ਜਵਾਬ ਦਿੰਦੇ ਹਨ, ਕਰਹਿ ਭਾਵਨਾ ਦੇ ਅਰਦਾਸ, ਜਿਹੜੇ ਭਾਵਨਾ ਦੇ ਨਾਲ ਅਰਦਾਸ ਕਰਦੇ ਸਨ ਸੋ ਪ੍ਰਸੰਨ ਹੋਏ ਲੀਜੈ ਪਾਸ। ਉਹ ਪ੍ਰਸੰਨ ਖੁਸ਼ ਰਹਿੰਦੇ ਹਨ। ਮੇਰੇ ਨਹਿ ਮਸੰਦ ਇਹ ਜਾਨੋ, ਮਹਾਰਾਜ ਨੇ ਹੁਕਮ ਕੀਤਾ ਅੱਜ ਤੋਂ ਮਸੰਦ ਪ੍ਰਥਾ ਖਤਮ ਹੋਈ। ਧੰਨ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਰਾਮਦਾਸ ਜੀਆਂ ਨੇ ਇਹ ਪ੍ਰਥਾ ਤੋਰੀ ਸੀ। ਜਦੋਂ ਸੰਗਤਾਂ ਆਉਂਦੀਆਂ ਨਾ ਦੂਰੋਂ ਦੂਰੋਂ ਚੱਲ ਕੇ, ਮਹਾਰਾਜ ਵੀ ਅਸੀਂ ਹਰ ਮਹੀਨੇ ਨਹੀਂ ਆ ਸਕਦੇ, ਜਾਂ ਅਸੀਂ 6 ਮਹੀਨਿਆਂ ਬਾਅਦ ਨਹੀਂ ਆ ਸਕਦੇ, ਜਾਂ ਅਸੀਂ ਸਾਲ ਬਾਅਦ ਵੀ ਨਹੀਂ ਆ ਸਕਦੇ, ਵੀ ਸਾਡਾ ਪਿੰਡ ਦੂਰ ਹੈ। ਉਸ ਵੇਲੇ ਗੁਰਮੁਖੋ ਅੱਜ ਵਰਗੇ ਸਾਧਨ ਨਹੀਂ ਸਨ, ਗੱਡੀਆਂ ਮੋਟਰਾਂ, ਲੋਕ ਪੈਦਲ ਜਾਂ ਗੱਡੇ ਵਗੈਰਾ ਤੇ ਆਇਆ ਕਰਦੇ। ਪਰ ਮਹਾਰਾਜ ਅਸੀਂ ਆਪਣੀ ਗਰਾਈ ਗੁਰੂ ਦੇ ਲੰਗਰ ਵਿੱਚ ਪਾਉਣੀ ਚਾਹੁੰਦੇ ਹਾਂ, ਮਾਇਆ ਪਾਉਣੀ ਚਾਹੁੰਦੇ, ਪਰ ਆ ਨਹੀਂ ਸਕਦੇ। ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਫਿਰ ਇਹ ਪ੍ਰਥਾ ਚਲਾਈ ਸੀ ਵੀ ਇੱਕ ਬੰਦੇ ਨੂੰ ਇਲਾਕਾ ਦੇ ਦੇਣਾ, ਵੀ ਤੇਰਾ ਭਾਈ ਇੰਨਾ ਇਲਾਕਾ। ਜਿਵੇਂ ਮੰਨ ਲਓ ਵੀ ਅੱਜ ਆਪਾਂ ਜ਼ਿਲ੍ਹਾ ਕਹਿ ਦਿੰਦੇ ਹਾਂ ਜਾਂ ਤਹਿਸੀਲ ਕਹਿ ਦਿੰਦੇ ਹਾਂ, ਤਹਿਸੀਲ ਜਿੰਨਾ ਇਲਾਕਾ ਇੱਕ ਬੰਦੇ ਨੂੰ ਦੇ ਦੇਣਾ ਵੀ ਇੱਥੇ ਜਿੰਨੇ ਸਿੱਖਾਂ ਦੇ ਘਰ ਵਸਦੇ ਨੇ ਤੂੰ ਸਾਰਿਆਂ ਕੋਲੋਂ ਗਰਾਈ ਇਕੱਠੀ ਕਰਨੀ, ਲੰਗਰ ਤੇ ਲਿਆ ਕੇ ਪਾਉਣੀ। ਇਹ ਪ੍ਰਥਾ ਗੁਰੂ ਰਾਮਦਾਸ ਪਾਤਸ਼ਾਹ ਨੇ ਤੋਰੀ। ਪਰ ਉਹ ਮਸੰਦ ਪੀੜ੍ਹੀ ਦਰ ਪੀੜ੍ਹੀ, ਜੇ ਮੰਨ ਲਓ ਵੀ ਦਾਦਾ ਮਸੰਦ, ਫਿਰ ਅੱਗੇ ਪੁੱਤਰ ਮਸੰਦ, ਫਿਰ ਪੋਤਰਾ ਮਸੰਦ, ਉਹ ਜਿਵੇਂ ਜਿਵੇਂ ਪੀੜ੍ਹੀ ਦਰ ਪੀੜ੍ਹੀ ਅੱਗੇ ਤੁਰੇ ਗਏ, ਉਵੇਂ ਉਵੇਂ ਉਹਨਾਂ ਦੇ ਮਨ ਵਿੱਚ ਲਾਲਚ ਵੀ ਆ ਗਿਆ, ਔਰ ਉਹਨਾਂ ਦੇ ਮਨ ਵਿੱਚ ਹੰਕਾਰ ਵੀ ਆ ਗਿਆ, ਮਾਣ ਵੀ ਆ ਗਿਆ। ਫਿਰ ਆਪਣੀ ਪੂਜਾ ਗੁਰੂ ਵਾਂਗ ਕਰਾਉਣ ਲੱਗ ਪਿਆ। ਜਿਵੇਂ ਗੁਰੂ ਨੂੰ ਬਿਠਾ ਕੇ ਚਰਨ ਧੋਤੇ ਜਾਂਦੇ ਨੇ, ਗੁਰੂ ਦੇ ਚਰਨ ਘਰ ਵਿੱਚ ਪਵਾਏ ਜਾਂਦੇ ਨੇ, ਗੁਰੂ ਨੂੰ ਪ੍ਰਸ਼ਾਦਾ ਛਕਾਇਆ ਜਾਂਦਾ। ਇਹ ਮਸੰਦ ਬਿਲਕੁਲ ਇਸੇ ਤਰ੍ਹਾਂ ਹੀ ਕਰਦੇ ਸਨ ਵੀ ਸਾਡੇ ਵੀ ਲੋਕੀ ਪੈਰ ਧੋਣ, ਸਾਨੂੰ ਵੀ ਆਪਣੇ ਘਰੇ ਪਲੰਘੇ ਤੇ ਬਿਠਾਉਣ, ਸਾਨੂੰ ਵੀ ਪ੍ਰਸ਼ਾਦਾ ਛਕਾਉਣ, ਸਾਡੀ ਵੀ ਪੂਜਾ ਕਰਨ, ਸਾਨੂੰ ਵੀ ਸਨਮਾਨ ਮਿਲੇ। ਉਹ ਸਾਰਾ ਸਨਮਾਨ ਮਿਲਦਾ ਹੈ। ਜਦੋਂ ਸਨਮਾਨ ਲੋੜ ਤੋਂ ਵੱਧ ਮਿਲੇ ਫਿਰ ਬੰਦੇ ਨੂੰ ਹੰਕਾਰ ਹੋ ਜਾਂਦਾ। ਫਿਰ ਇਹ ਹੰਕਾਰੀ ਹੋ ਗਏ ਤੇ ਫਿਰ ਸ਼ਰਾਬ ਵੀ ਪੀਣ ਲੱਗ ਪਏ, ਮਾਸ ਵੀ ਖਾਣ ਲੱਗ ਪਏ, ਬੇਸਵਾਦ ਨਚਾਉਣ ਲੱਗ ਪਏ ਜਾਂ ਨੱਚਣ ਲੱਗ ਪਏ ਨਾਲ ਜਾ ਕੇ। ਕਹਿਣ ਤੋਂ ਭਾਵ ਵੀ ਜੀਵਨ ਡਿੱਗ ਹੀ ਪਿਆ, ਜੀਵਨ ਤੋਂ ਡਿੱਗ ਗਿਆ, ਗਰਕ ਗਿਆ, ਖਤਮ ਹੋ ਗਿਆ। ਜਦੋਂ ਮਹਾਰਾਜ ਨੇ ਵੇਖਿਆ ਵੀ ਇਹਨਾਂ ਦਾ ਜੀਵਨ ਹੀ ਨਹੀਂ ਰਹਿ ਗਿਆ, ਫਿਰ ਮਹਾਰਾਜ ਨੇ ਆਖਿਆ ਅੱਜ ਤੋਂ ਇਹ ਪ੍ਰਥਾ ਬੰਦ। ਇਹ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹ ਪ੍ਰਥਾ ਬੰਦ ਕੀਤੀ ਹੈ। ਰਾਖਸ਼ ਸਿੱਖਨ ਹੇਤ ਪਛਾਨੋ, ਮਹਾਰਾਜ ਕਹਿਣ ਲੱਗੇ ਇਹ ਮਸੰਦ ਸਾਡੀਆਂ ਸੰਗਤਾਂ ਵਾਸਤੇ ਰਾਖਸ਼ ਨੇ। ਜਿਵੇਂ ਪਹਿਲੇ ਯੁੱਗਾਂ ਵਿੱਚ ਰਾਖਸ਼ ਹੁੰਦੇ ਸਨ, ਉਹ ਦੇਵਤਿਆਂ ਨਾਲ ਲੜਦੇ। ਮਹਾਰਾਜ ਕਹਿਣ ਲੱਗੇ ਰਾਖਸ਼ ਹੀ ਨੇ, ਦੈਂਤ ਹੀ ਨੇ, ਸੰਗਤ ਨੂੰ ਦੁੱਖ ਦੇਣ ਵਾਲੇ। ਇਹਨਾਂ ਨੂੰ ਰਾਖਸ਼ ਜਾਣ ਕੇ, ਦੈਂਤ ਜਾਣ ਕੇ ਇਹਨਾਂ ਦੀ ਕੋਈ ਸੇਵਾ ਨਾ ਕਰੇ, ਇਹਨਾਂ ਨੂੰ ਕੋਈ ਮੱਥੇ ਨਾ ਲਾਉਣਾ ਕਰੇ। ਇਤਿ ਆਦਿਕ ਜਪਰਾ ਫਰਮਾਇਓ, ਜਦੋਂ ਸਤਿਗੁਰਾਂ ਨੇ ਐਸੇ ਹੁਕਮ ਫਰਮਾਏ ਹਨ, ਬ੍ਰਿੰਦ ਮਸੰਦਨ ਸੀਸ ਨਿਵਾਇਓ, ਬ੍ਰਿੰਦ ਬਹੁਤੇ ਮਸੰਦ ਮਹਾਰਾਜ ਦੇ ਚਰਨਾਂ ਦੇ ਕੋਲ ਪਹੁੰਚੇ ਹਨ। ਪਾਤਸ਼ਾਹ ਬਖਸ਼ਨ ਕਰੋ, ਫਿਰ ਕਈਆਂ ਨੇ ਮਾਫੀਆਂ ਮੰਗੀਆਂ, ਮਹਾਰਾਜ ਪਿਛਲੇ ਗੁਨਾਹਾਂ ਦੀ ਮਾਫੀ ਦੇ ਦਿਓ, ਮਹਾਰਾਜ ਮਾਫ ਕਰ ਦਿਓ, ਮਾਫ ਕਰ ਦਿਓ। ਕਈ ਆ ਕੇ ਮਾਫੀਆਂ ਮੰਗਦੇ ਹਨ, ਪਿਛਲੀ ਭੂਲ ਨਾ ਹੀ ਮੈਂ ਧਰੋ। ਮਹਾਰਾਜ ਪਿੱਛੇ ਸਾਡੇ ਕੋਲ ਗਲਤੀਆਂ ਤੇ ਬੜੀਆਂ ਹੋਈਆਂ, ਪਰ ਸਾਡੀ ਕਿਸੇ ਵੀ ਪਿਛਲੀ ਗਲਤੀ ਨੂੰ ਆਪ ਜੀ ਚੇਤੇ ਨਾ ਰੱਖੋ, ਸਾਡੀਆਂ ਗਲਤੀਆਂ ਆਪ ਜੀ ਮਾਫ ਕਰ ਦੇਣਾ ਹੁਕਮ ਕਰੋ। ਆਪ ਕੋ ਭਾਵ ਜੈਸੇ, ਸਤਿਗੁਰੂ ਪਾਤਸ਼ਾਹ ਹੁਣ ਜਿਵੇਂ ਤੁਹਾਡਾ ਅੱਗੇ ਹੁਕਮ ਹੋਇਆ ਕਰੇਗਾ, ਸਿੱਖਨ ਸਾਤ ਵਰਤ ਹੈ ਤੈਸੇ, ਅਸੀਂ ਉਵੇਂ ਹੀ ਸਿੱਖਾਂ ਦੇ ਨਾਲ ਵਰਤਾਂਗੇ। ਅੱਜ ਤੋਂ ਬਾਅਦ ਅਸੀਂ ਕੋਈ ਮਾੜਾ ਕੰਮ ਨਹੀਂ ਕਰਾਂਗੇ, ਕਿਸੇ ਕੋਲੋਂ ਕੜਾਹ ਪ੍ਰਸ਼ਾਦ ਨਹੀਂ ਮੰਗਾਂਗੇ, ਕਿਸੇ ਨੂੰ ਤੰਗ ਨਹੀਂ ਕਰਾਂਗੇ। ਜਿਵੇਂ ਦੀ ਸਾਨੂੰ ਕੋਈ ਪ੍ਰਸ਼ਾਦਾ ਭੋਜਨ ਛਕਾਵੇਗਾ ਉਵੇਂ ਦਾ ਹੀ ਅਸੀਂ ਛਕ ਲਿਆ ਕਰਾਂਗੇ। ਦੇਵੈ ਕੇ ਕਰਕੇ ਭਾਉ, ਮਹਾਰਾਜ ਜੀ ਜਿਵੇਂ ਦੀ ਸੰਗਤ ਭਾਉ ਪ੍ਰੇਮ ਕਰਕੇ ਸਾਨੂੰ ਦਿੰਦੀ ਹੈ, ਕਰਕੇ ਹਰਖ ਲੇਹ ਸੋ ਖਾਓ, ਤੇ ਮਹਾਰਾਜ ਉਸੇ ਤਰ੍ਹਾਂ ਅਸੀਂ ਛਕਲਾ ਕਰਾਂਗੇ। ਇੱਕ ਪਛਾਤ ਬਹੁਤ ਕਿਉਂ ਮਾਰੇ, ਮਹਾਰਾਜ ਇੱਕ ਪਿੱਛੇ ਬਹੁਤਿਆਂ ਨੂੰ ਕਿਉਂ ਮਾਰਦੇ ਜੇ? ਕੁਝ ਮਸੰਦ ਨਾ ਇਕੱਠੇ ਹੋ ਕੇ ਆ ਗਏ। ਮਹਾਰਾਜ ਮਸੰਦ ਇੱਕ ਨੇ ਗਲਤੀ ਕੀਤੀ, ਸਾਰਿਆਂ ਨੇ ਥੋੜੀ ਕੀਤੀ ਹੈ। ਸਿੱਖ ਦੇ ਘਰੋਂ ਜਾ ਕੇ ਮੈਂ ਰੋਟੀ ਨਹੀਂ ਖਾਣੀ, ਮੈਂ ਪ੍ਰਸ਼ਾਦ ਖਾਣਾ, ਇਹ ਗੱਲ ਇੱਕ ਸਿੱਖ ਨੇ ਆਖੀ ਹੈ। ਮਹਾਰਾਜ ਸਜ਼ਾ ਤੁਸੀਂ ਸਾਰਿਆਂ ਨੂੰ ਦਿੱਤੀ ਹੈ, ਇੱਕ ਦੇ ਕਰਕੇ ਸਾਰਿਆਂ ਨੂੰ ਸਜ਼ਾ ਨਾ ਦੇਣਾ ਕਰੋ। ਬਖਸ਼ੋ ਖੋਟੇ ਖਰੇ ਤੁਮਾਰੇ, ਮਹਾਰਾਜ ਭਾਵੇਂ ਅਸੀਂ ਖੋਟੇ ਆ, ਭਾਵੇਂ ਖਰੇ ਆ, ਭਾਵੇਂ ਚੰਗੇ ਆ ਤੇ ਭਾਵੇਂ ਮਾੜੇ ਆ, ਪਰ ਹੈ ਤੇ ਮਹਾਰਾਜ ਤੁਹਾਡੇ ਘਰ ਦੇ ਸੇਵਾਦਾਰ। ਸ੍ਰੀ ਮੁਖ ਬੋਲੇ ਸੁਣਿਆ ਭਾਈ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸੁਣੇ ਬਚਨ ਤੇ ਫਿਰ ਆਖਦੇ ਹਨ, ਸਿੱਖ ਸਿਦਕ ਕੋ ਹੋਤ ਸਦਾਈ। ਮਹਾਰਾਜ ਕਹਿਣ ਲੱਗੇ ਭਾਈ ਸਿੱਖ ਸਦਾ ਹੀ ਸਿਦਕ ਵਾਲਾ ਹੁੰਦਾ, ਜਿਹਦੇ ਕੋਲ ਸਿਦਕ ਹੈ ਨਾ, ਸਿੱਖ ਵੀ ਉਹੀ ਹੈ। ਸਿੱਖ ਹਮੇਸ਼ਾ ਸਿਦਕ ਦੇ ਨਾਲ ਹੁੰਦਾ ਹੈ। ਕਲੂ ਕਾਲ ਅਬ ਔਰੇ ਠਾਟਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਕਲਯੁਗ ਦਾ ਸਮਾਂ ਹੈ ਭਾਈ,
ਇਸ ਕਰਕੇ ਕਲਯੁਗ ਦੇ ਸਮੇਂ ਵਿੱਚ ਹੋਰ ਦਾ ਕੁਝ ਹੋਰ ਹੀ ਹੋ ਜਾਂਦਾ ਹੈ। ਗੁਰੂ ਘਰ ਵਿਖੇ ਨਾ ਧਨ ਕੋ ਇਸ ਘਾਟਾ। ਕਰਕੇ ਗੁਰੂ ਘਰ ਦੇ ਵਿੱਚ ਮਾਇਆ ਦੀ ਕੋਈ ਕਮੀ ਨਹੀਂ ਹੈ। ਗੁਰੂ ਘਰ ਦੇ ਵਿੱਚ ਮਾਇਆ ਦੀ ਕਮੀ ਕੋਈ ਨਹੀਂ ਹੈ, ਕਿਉਂਕਿ ਕਲਯੁਗ ਦਾ ਜਿਹੜਾ ਧਰਮ ਹੈ ਨਾ, ਇਹ ਦਾਨ ਦੇ ਆਸਰੇ ਖਲੋਤਾ। ਵਿਦਵਾਨਾਂ ਨੇ ਲਿਖਿਆ ਵੀ ਧਰਮ ਦੇ 4 ਪੈਰ ਨੇ, ਸਤ, ਸੰਤੋਖ ਅਤੇ ਇਸੇ ਤਰ੍ਹਾਂ ਦਇਆ ਤੇ ਦਾਨ। ਜਿਵੇਂ ਜਿਵੇਂ ਯੁੱਗ ਬਤੀਤ ਹੁੰਦਾ ਗਿਆ, ਉਵੇਂ ਉਵੇਂ ਇੱਕ ਇੱਕ ਪੈਰ ਘਟਦਾ ਗਿਆ। ਕਲਯੁਗ ਦੇ ਵਿੱਚ ਧਰਮ ਕੇਵਲ ਇੱਕੇ ਪੈਰ ਤੇ ਖਲੋਤਾ, ਉਹ ਪੈਰ ਹੈ ਦਾਨ ਦਾ। ਜਿੰਨਾ ਦਾਨ ਕਲਯੁਗ ਵਿੱਚ ਹੁੰਦਾ, ਕਿਸੇ ਯੁੱਗ ਵਿੱਚ ਨਹੀਂ ਹੋਇਆ। ਇੱਥੇ ਬਚਨ ਕਰਦੇ ਪਏ, ਕਹਿਣ ਲੱਗੇ ਗੁਰੂ ਘਰ ਦੇ ਵਿੱਚ ਦਾਨ ਦਾ, ਮਾਇਆ ਦਾ ਕੋਈ ਘਾਟਾ ਨਹੀਂ, ਕੋਈ ਘਾਟਾ ਨਹੀਂ ਸੰਗਤ ਵੱਲੋਂ। ਬੇਅੰਤ ਮਾਇਆ ਗੁਰੂ ਘਰਾਂ ਵਿੱਚ, ਬੇਅੰਤ ਮਾਇਆ ਮੰਦਰਾਂ ਦੇ ਵਿੱਚ, ਧਾਰਮਿਕ ਸਥਾਨਾਂ ਤੇ ਬੇਅੰਤ ਮਾਇਆ ਦਾਨ ਦੇ ਰੂਪ ਵਿੱਚ ਆਉਂਦੀ ਹੈ। ਸਿੱਖ ਕੇ ਘਰ ਤੋਂ ਬਿਨਾਂ ਬੁਲਾਏ, ਪਰ ਸਿੱਖਾਂ ਦੇ ਘਰ ਦੇ ਵਿੱਚ ਬਿਨਾਂ ਬੁਲਾਉਣ ਤੋਂ ਨਹਿ ਪਹੁੰਚੋ ਕੁਛ ਲੈਣ ਕਦਾਏ। ਸਤਿਗੁਰੂ ਕਹਿਣ ਲੱਗੇ ਭਾਵੇਂ ਭਾਈ ਗਲਤੀ ਇੱਕ ਨੇ ਕੀਤੀ ਹੈ ਤੇ ਭਾਵੇਂ ਸਾਰਿਆਂ ਨੇ ਕੀਤੀ ਹੈ, ਪਰ ਅੱਜ ਤੋਂ ਬਾਅਦ ਜਿੰਨਾ ਚਿਰ ਤੁਹਾਨੂੰ ਕੋਈ ਬੁਲਾਵੇ ਨਾ, ਉਹਨਾਂ ਚਿਰ ਕਿਸੇ ਦੇ ਘਰੇ ਨਹੀਂ ਜਾਣਾ ਹੈ। ਬਰਿੰਦ ਮਸੰਦ ਬੰਦ ਹੋਏ ਗਏ, ਕਹਿਣ ਲੱਗੇ ਵੀ ਇਸ ਤਰ੍ਹਾਂ ਬਹੁਤੇ ਮਸੰਦਾਂ ਦੀ ਰੋਟੀ ਪਾਣੀ ਬੰਦ ਹੋ ਗਈ ਹੈ। ਤਨ ਬਿਨ ਭੂਖ ਮਰਤ ਪੁੰਨ ਭਏ। ਕਹਿਣ ਲੱਗੇ ਵੀ ਧਨ ਤੋਂ ਬਿਨਾ ਫਿਰ ਇਹ ਮਸੰਦ ਭੁੱਖੇ ਮਰਨ ਲੱਗ ਪਏ। ਕਿੱਥੇ ਉਹਨਾਂ ਨੂੰ ਮੌਜਾਂ ਲੱਗੀਆਂ ਸੀ ਵੀ ਜਿੰਨੇ ਮਰਜ਼ੀ ਮੰਗ ਲੈਣੇ, ਜਿੰਨੇ ਮਰਜ਼ੀ ਲੈ ਲੈਣੇ, ਕੁਝ ਗੁਰੂ ਨੂੰ ਦੇਣੇ, ਕੁਝ ਆਪ। ਹੁਣ ਮਹਾਰਾਜ ਨੇ ਬੰਦ ਹੀ ਕਰ ਦਿੱਤਾ ਵੀ ਤੁਸੀਂ ਜਾਣਾ ਹੀ ਨਹੀਂ, ਤੇ ਫਿਰ ਗਰੀਬੀ ਨਾਲ ਦੁਖੀ ਹੋ ਗਏ। ਸਤਿਗੁਰੂ ਪਾਤਸ਼ਾਹ ਬੈਠੇ ਹੋਏ ਨੇ, ਇੰਨੇ ਚਿਰ ਨੂੰ ਇੱਕ ਸਿੱਖ ਹੋਰ ਆ ਗਿਆ ਮਹਾਰਾਜ ਦੇ ਕੋਲ। ਮਹਾਰਾਜ ਮੇਰੀ ਵੀ ਇੱਕ ਫਰਿਆਦ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੇਰਾ ਕੀ ਦੁੱਖ ਹੈ ਭਾਈ, ਤੂੰ ਵੀ ਦੱਸ। ਇਹ ਸਿੱਖ ਆਪਣੀ ਫਰਿਆਦ ਕਿਵੇਂ ਦੱਸਦਾ ਹੈ, ਔਰ ਮਹਾਰਾਜ ਇਹਦੀ ਫਰਿਆਦ ਦਾ ਹੱਲ ਕੀ ਕਰਨਗੇ। ਅੱਗੇ ਹੋਰ ਕਿਹੜੇ ਕਿਹੜੇ ਸਿੱਖ ਆਉਣਗੇ, ਅਗਲੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ। ਲੇਖਾ ਹੈ ਕਥ ਹੈ ਨਾ ਛੁੱਟੀ ਹੈ, ਬਖਸ਼ਣ ਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੱਲ੍ਹ ਨੂੰ 4 ਵਜੇ ਬੱਸ ਪੂਰਨਮਾਸ਼ੀ ਹੋਣ ਕਰਕੇ ਨਾਢਾ ਸਾਹਿਬ ਜਾਣੀ ਹੈ ਅੰਮ੍ਰਿਤ ਵੇਲੇ ਇਸ਼ਨਾਨ ਪਾਨ ਕਰਨ ਵਾਸਤੇ। ਬੱਸ ਦੇ ਚੱਲਣ ਦਾ ਸਮਾਂ ਸਵੇਰੇ ਅੰਮ੍ਰਿਤ ਵੇਲੇ 4 ਵਜੇ ਦਾ ਹੈ। ਜਿਨ੍ਹਾਂ ਸੰਗਤਾਂ ਨੇ ਨਾਢਾ ਸਾਹਿਬ ਜਾਣਾ ਹੈ, ਬਿਲਕੁਲ ਫ੍ਰੀ ਯਾਤਰਾ ਹੈ। ਬੱਸ ਗੁਰਦੁਆਰਾ ਸਾਹਿਬ ਦੇ ਗੇਟ ਤੋਂ ਚੱਲੇਗੀ। 4 ਵਜੇ ਸੰਗਤਾਂ ਜਿਨ੍ਹਾਂ ਨੇ ਜਾਣਾ ਹੈ ਉਹ ਪਹੁੰਚਣ ਦੀ ਕਿਰਪਾਲਤਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹੋ ਆਇਆ ਦੂਰੋਂ ਚੱਲ ਕੇ, ਮੈਂ ਤਕੀ ਤੋ ਸ਼ਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ,